ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ ਜੇ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 202 ਦੇ ਉੱਪਰ ਅੰਕਿਤ ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦੇ ਵਿੱਚ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਦੁਨੀਆ ਦੇ ਲੋਕ ਧਰਮ ਦੇ ਕਰਮਾਂ ਨੂੰ ਤਰਜੀਹ ਦਿੰਦੇ ਸਨ। ਹੁੰਦਾ ਕੀ ਹੈ, ਜਦੋਂ ਕੋਈ ਮਨੁੱਖ ਸਟਾਰਟਿੰਗ ਤੇ ਧਰਮ ਵਾਲੇ ਪਾਸੇ ਤੁਰਦਾ ਹੈ, ਨਿਰਭਰ ਕਰਦਾ ਹੈ ਉਹਨੂੰ ਧਰਮ ਦੱਸ ਕੌਣ ਰਿਹਾ ਹੈ, ਤੇ ਜੋ ਦੱਸ ਰਿਹਾ ਹੈ ਉਹਨੂੰ ਧਰਮ ਦਾ ਕਿਤਨੀ ਕੁ ਸੋਝੀ ਹੈ, ਕਿਤਨਾ ਕੁ ਤਜਰਬਾ ਹੈ। ਉਹ ਅਗਰ ਅਧੂਰਾ ਗਿਆਨ ਹੈ, ਅਧੂਰਾ ਤਜਰਬਾ ਹੈ, ਤੇ ਦੱਸਣ ਵਾਲੇ ਦੇ ਅੰਦਰ ਵੀ ਉਵੇਂ ਹੀ ਇੰਸਟਾਲ ਹੋ ਜਾਂਦਾ ਹੈ। ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਾਂਗੇ, ਸਾਨੂੰ ਪਤਾ ਲੱਗੇਗਾ ਵੀ ਜਿਹੜੀਆਂ ਚੀਜ਼ਾਂ ਨੂੰ ਸਤਿਗੁਰੂ ਜੀ ਨੇ ਕੰਡੈਮ ਕੀਤਾ ਹੈ, ਉਹ ਕਿਧਰੇ ਥੋੜੀਆਂ, ਕਿਧਰੇ ਬਹੁਤੀਆਂ, ਤੇ ਕਿਧਰੇ ਪੂਰੀਆਂ ਹੀ ਸਾਡੇ 'ਚ ਇੰਸਟਾਲ ਹੋ ਗਈਆਂ ਨੇ। ਇਹਦਾ ਮਤਲਬ ਇੱਥੇ ਦੋ ਚੀਜ਼ਾਂ ਹੁੰਦੀਆਂ ਨੇ। ਸਾਨੂੰ ਧਰਮ ਦੱਸਣ ਵਾਲਾ ਹੋ ਸਕਦਾ ਗੁਰਬਾਣੀ ਪੜ੍ਹਦਾ ਹੋਵੇ, ਪਰ ਉਹਨੂੰ ਗੁਰਬਾਣੀ ਦੇ ਅਰਥ, ਗੁਰਬਾਣੀ ਦਾ ਨਜ਼ਰੀਆ ਨਾ ਪਤਾ ਹੋਵੇ, ਤੇ ਉਹਦੇ ਕੋਲ ਅਧੂਰੀ ਨੌਲੇਜ ਹੋਏਗੀ। ਉਹ ਸਾਨੂੰ ਅਧੂਰੀ ਨੌਲੇਜ ਦੱਸ ਦੇਗਾ, ਅਸੀਂ ਉੱਥੇ ਹੀ ਟਿਕ ਜਾਵਾਂਗੇ। ਆਓ ਸਿੱਖਣ ਦਾ ਯਤਨ ਕਰੀਏ ਗੁਰੂ ਸਾਹਿਬ ਦਾ ਨਜ਼ਰੀਆ ਕੀ ਹੈ। ਗੌੜੀ ਮਹੱਲਾ ਪੰਜਵਾਂ, ਕੋਟ ਮਜਨ ਕੀਨੋ ਇਸ਼ਨਾਨਾ। ਇੱਕ ਸ਼ਬਦ ਹੈ ਮੱਜਨ, ਇੱਕ ਇਸ਼ਨਾਨ। ਮੱਜਨ ਹੁੰਦਾ ਹੈ ਕਿਸੇ ਤੀਰਥ ਸਥਾਨ ਤੇ ਬਣੇ ਹੋਏ ਸਰੋਵਰ ਤੇ ਜਾਣਾ, ਔਰ ਚ ਟੁੱਬੀ ਮਾਰਨੀ, ਬਾਹਰ ਆ ਜਾਣਾ। ਹਿੰਦੂਇਜ਼ਮ ਦੇ ਵਿੱਚ ਵੀਰ ਮੰਨਦੇ ਸੀ ਵੀ ਜਿੰਨੀਆਂ ਟੁੱਬੀਆਂ ਮਾਰੇਗਾ ਉਹਨੇ ਤੇਰੇ ਪਾਪ ਕੱਟੇ ਜਾਣਗੇ। ਉਹ ਫਿਰ ਟੁੱਬੀ ਮਾਰਦਾ ਸੀ ਇਹ ਸੋਚ ਕੇ ਪਾਪ ਕੱਟੇ ਗਏ। ਨਾ ਉਸਨੂੰ ਇਹ ਪਤਾ ਸੀ ਪਾਪ ਕੀ ਹੈ, ਨਾ ਉਸਨੂੰ ਇਹ ਪਤਾ ਸੀ ਪਾਪ ਸੁਭਾਅ ਵਿੱਚ, ਸੋਚ ਵਿੱਚ ਕਿੱਥੇ ਬੈਠੇ ਨੇ, ਤੇ ਨਾ ਹੀ ਉਸਨੂੰ ਇਹ ਪਤਾ ਸੀ ਕਿ ਵੀ ਇੱਦਾਂ ਕਰਨ ਨਾਲ ਸੋਚ ਸੁਭਾਅ ਦੀਆਂ ਆਦਤਾਂ ਕਿਵੇਂ ਮਿਟ ਜਾਣਗੀਆਂ। ਪਰ ਕਿਉਂਕਿ ਅਧੂਰਾ ਦੱਸਿਆ, ਅਧੂਰਾ ਮੰਨ ਲਿਆ, ਵਿਚਾਰਾ ਨਵਾਂ ਸੀ, ਤੁਰ ਪਿਆ, ਆਦਤ ਬਣ ਗਈ, ਇਸੇ ਨੂੰ ਹੀ ਧਰਮ ਮੰਨੀ ਜਾਂਦਾ। ਇੱਕ ਹੁੰਦਾ ਟੁੱਬੀ ਮਾਰਨੀ, ਇੱਕ ਹੁੰਦਾ ਪੂਰਾ ਇਸ਼ਨਾਨ ਕਰਨਾ। ਸਤਿਗੁਰੂ ਜੀ ਕਹਿੰਦੇ ਅਗਰ ਕਿਸੇ ਨੇ ਕਰੋੜਾਂ ਵਾਰੀ ਪਾਣੀ ਵਿੱਚ ਟੁੱਬੀਆਂ ਮਾਰੀਆਂ ਤੇ ਕਰੋੜਾਂ ਵਾਰੀ ਇਸ਼ਨਾਨ ਕੀਤਾ, ਇੱਥੇ ਬਸ ਨਹੀਂ, ਲੱਖ ਅਰਬ ਖਰਬ ਦੀਨੋ ਦਾਨ। ਹੁਣ ਦੇਖੋ, ਜਿਨ੍ਹਾਂ ਨੇ ਸਿਖਾਇਆ ਸੀ ਤੂੰ ਟੁੱਬੀ ਮਾਰਨੀ ਹੈ, ਤੇਰੇ ਪਾਪ ਕੱਟੇ ਜਾਣੇ, ਬਾਹਰ ਆ ਜਾਣਾ, ਤੇ ਬਾਹਰ ਆ ਕੇ ਤੂੰ ਦਾਨ ਕਰਨਾ ਹੈ। ਉਹ ਜਿਹਨੂੰ ਦਾਨ ਕਰਨਾ ਉਹੀ ਸਿਖਾ ਰਿਹਾ। ਆਖੋ ਵਾਹਿਗੁਰੂ। ਐਸਾ ਕੁਝ ਸਾਡੇ 'ਚ ਵੀ ਆ ਜਾਂਦਾ ਹੈ।
ਆਪਣੀ ਭੇਟਾ ਦੇ ਲਾਲਚ ਵਿੱਚ ਸਿਖਾਇਆ ਹੀ ਉਹ ਜਾਂਦਾ ਜਿਹਦੇ 'ਚ ਭੇਟਾਵਾਂ ਜ਼ਿਆਦਾ ਹੋਣ। ਹੁਣ ਦੇਖੋ, ਸੈਂਕੜਿਆਂ ਦੀ ਗਿਣਤੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਕਰਦੇ ਨੇ ਤੇ ਇਕੱਠਾ ਸਾਰਿਆਂ ਤੋਂ ਇੱਕੋ ਹੀ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਾ ਦੇਣਾ। ਹੁਣ ਪਰਿਵਾਰ ਤਾਂ ਕੋਈ ਬੈਠਦਾ ਨਹੀਂ, ਸੁਣਦਾ ਨਹੀਂ, ਸੁਣੇਗਾ ਨਹੀਂ ਤੇ ਸਮਝ ਕੁਛ ਨਹੀਂ ਆਏਗੀ। ਫਾਇਦਾ ਕਿਹਨੂੰ ਹੋ ਰਿਹਾ? ਜਿਹਨੇ ਸਲਾਹ ਦਿੱਤੀ ਹੈ ਇਕੱਠੇ ਕਰੋ। ਇਸ ਲਈ ਸਾਡਾ ਮਾਰਗ ਸੀ ਸਿੱਖਣਾ, ਅਸੀਂ ਗੁਰੂ ਪਾਤਸ਼ਾਹ ਤੋਂ ਸਿੱਖਣਾ ਸੀ, ਗੁਰਬਾਣੀ ਵਿਚਾਰਨੀ ਸੀ, ਸਾਨੂੰ ਕਰਮਕਾਂਡ 'ਚ ਉਲਝਾ ਲਿਆ। ਜਿਹਨੇ ਦੱਸਿਆ ਉਸੇ ਨੂੰ ਭੇਟਾ ਹੋਣੀ ਸੀ, ਉਸੇ ਦਾ ਫਾਇਦਾ ਹੋਣਾ ਸੀ। ਹੁਣ ਜਿਨ੍ਹਾਂ ਨੇ ਦੱਸਿਆ ਤੂੰ ਟੁੱਬੀ ਮਾਰ, ਤੂੰ ਇਸ਼ਨਾਨ ਕਰ, ਉਹੀ ਬਾਹਰ ਖੜੇ ਹੁੰਦੇ ਸੀ, ਉਹਨਾਂ ਨੂੰ ਦਾਨ ਕੀਤਾ ਜਾਂਦਾ। ਸਤਿਗੁਰੂ ਕਹਿੰਦੇ ਕਰੋੜਾਂ ਵਾਰੀ ਕੋਈ ਟੁੱਬੀਆਂ ਮਾਰ ਲਵੇ, ਕਰੋੜਾਂ ਵਾਰੀ ਇਸ਼ਨਾਨ ਕਰ ਲਵੇ, ਲੱਖਾਂ ਅਰਬਾਂ ਖਰਬਾਂ ਦਾਨ ਕਰ ਦੇਵੇ, ਪਰ ਇਹ ਧਰਮ ਦਾ ਕਰਮ ਨਹੀਂ। ਧਰਮ ਦਾ ਕਰਮ ਹੈ ਜਾ ਮਨ ਬਸਿਓ ਹਰ ਕੋ ਨਾਮ। ਰੱਬ ਦਾ ਨਾਮ, ਰੱਬ ਦਾ ਸੱਚਾ ਗਿਆਨ, ਰੱਬ ਦੇ ਉਪਦੇਸ਼ ਹੈ। ਉਹ ਉਪਦੇਸ਼ ਹਰ ਵਰਤਾਰੇ ਵਿੱਚ ਹੈ। ਜੋ ਕੁਛ ਵੀ ਵਾਪਰਦਾ, ਚਾਹੇ ਉਹ ਸਾਨੂੰ ਚੰਗਾ ਲੱਗਦਾ, ਚਾਹੇ ਨਹੀਂ ਚੰਗਾ ਲੱਗਦਾ, ਅਗਰ ਧਰਤੀ ਧਰਮਸ਼ਾਲ ਸਮਝਣ ਦੀ ਜੁਗਤ ਆ ਗਈ, ਸੋਚ ਸੁਭਾਅ ਧਰਮ ਖਾਂਡ ਦੇ ਲੈਵਲ 'ਚ ਪਹੁੰਚ ਗਿਆ, ਤਾਂ ਭਾਵੇਂ ਉਹ ਵਰਤਾਰਾ ਚੰਗਾ ਲੱਗੇ, ਭਾਵੇਂ ਨਾ ਚੰਗਾ ਲੱਗੇ, ਰੱਬ ਦਾ ਕੋਈ ਨਾ ਕੋਈ ਉਪਦੇਸ਼ ਉਹਦੇ 'ਚ ਪਿਆ। ਇੱਦਾਂ ਕਹਿ ਲਓ ਕਿ ਰੱਬ ਗਿਆਨ ਬਣ ਕੇ, ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਹੈ। ਉਹ ਚੰਗਾ ਲੱਗਿਆ, ਮਨ ਮੰਨੇਗਾ, ਮੰਨੇਗਾ ਮਨ ਵਿੱਚ ਵਸ ਜਾਏਗਾ ਉਪਦੇਸ਼, ਗਿਆਨ ਰੂਪੀ ਨਾਮ। ਅਗਰ ਗੁਰੂ ਦਾ ਉਪਦੇਸ਼ ਮਨ ਵਿੱਚ ਵਸ ਗਿਆ, ਸਮਝ ਲਓ ਕਰੋੜਾਂ ਟੁੱਬੀਆਂ, ਕਰੋੜਾਂ ਇਸ਼ਨਾਨ ਤੇ ਲੱਖਾਂ ਖਰਬਾਂ ਅਰਬਾਂ ਦਾਨ ਇਹਦੇ ਮੁਕਾਬਲੇ 'ਚ ਕੁਛ ਵੀ ਨਹੀਂ। ਆਖੋ ਵਾਹਿਗੁਰੂ। ਕਹਿਣਾ ਕੀ ਚਾਹੁੰਦੇ ਗੁਰੂ ਸਾਹਿਬ? ਨਜ਼ਰੀਆ ਕੀ ਹੈ ਇਹਦੇ 'ਚ? ਨਜ਼ਰੀਆ ਹੈ ਕਿ ਪਿਆਰਿਆ, ਗੁਰੂ ਦੇ ਉਪਦੇਸ਼ ਰਾਹੀਂ ਸੋਚ ਤੇ ਸੁਭਾਅ ਨੂੰ ਸੰਵਾਰਨ ਦੇ ਲਈ ਪ੍ਰੈਕਟੀਕਲ ਮੰਨਣਾ ਪਵੇਗਾ ਔਰ ਪ੍ਰੈਕਟੀਕਲ ਜਿਉਣਾ ਪਵੇਗਾ। ਆਖੋ ਵਾਹਿਗੁਰੂ। ਸਗਲ ਪਵਿੱਤ ਗੁਣ ਗਾਏ ਗੋਪਾਲ, ਰੱਬ ਦੇ ਗੁਣਾਂ ਨੂੰ ਗਾਉਣ ਨਾਲ। ਇਹ ਗੱਲ ਯਾਦ ਰੱਖਿਓ, ਗਾਉਣ ਦੀਆਂ ਹੁਣ ਤਿੰਨੋਂ ਗੱਲਾਂ ਯਾਦ ਰੱਖਣੀਆਂ। ਗੁਣਾਂ ਵਾਲਾ ਜੀਵਨ ਜਿਉਣਾ, ਰੱਬ ਦੇ ਗੁਣਾਂ ਨੂੰ ਗਾਉਣਾ। ਗੁਣਾਂ ਨਾਲ ਪਰਉਪਕਾਰ ਕਰਨਾ, ਰੱਬ ਦੇ ਗੁਣਾਂ ਨੂੰ ਗਾਉਣਾ। ਗੁਣਾਂ ਦੀਆਂ ਵਿਚਾਰਾਂ ਕਰਨੀਆਂ, ਵਿਚਾਰਾਂ ਸੁਣਨੀਆਂ, ਰੱਬੀ ਮਾਰਗ ਦੀਆਂ, ਗੁਰੂ ਦੇ ਮਾਰਗ ਦੀਆਂ, ਗੁਰੂ ਦੇ ਉਪਦੇਸ਼ ਦੀਆਂ, ਰੱਬੀ ਉਪਦੇਸ਼ ਦੀਆਂ ਵਿਚਾਰਾਂ ਕਰਨੀਆਂ, ਸੁਣਨੀਆਂ। ਇਹ ਤਿੰਨ ਤਰੀਕੇ ਨੇ ਰੱਬ ਦੇ ਗੁਣ ਗਾਉਣ ਦੇ। ਤਿੰਨਾਂ ਨਾਲ ਇੱਕ ਅੰਦਰ ਭਾਵਨਾ ਚਾਹੀਦੀ ਹੈ। ਗੁਣਾਂ ਵਾਲਾ ਜੀਵਨ ਜਿਉਣਾ ਹੈ, ਗੁਣ ਮੇਰੇ ਨਹੀਂ ਹੈ, ਵਾਹਿਗੁਰੂ ਜੀ ਦੇ ਦਿੱਤੇ ਨੇ। ਅੰਦਰ ਸ਼ੁਕਰਾਨੇ ਦੀ ਭਾਵਨਾ ਹੋ, ਇਹ ਯਾਦ ਰੱਖਿਓ। ਸ਼ੁਕਰਾਨੇ ਦੀ ਭਾਵਨਾ ਤੋਂ ਬਿਨਾਂ ਗੁਣਾਂ ਤੇ ਹੰਕਾਰ ਆ ਜਾਏਗਾ। ਪਰਉਪਕਾਰ ਕਰਨੇ ਨੇ, ਪਰਉਪਕਾਰ ਲਈ ਸਿਦਕ ਚਾਹੀਦਾ ਹੈ, ਪਰਉਪਕਾਰ ਲਈ ਲਗਨ ਚਾਹੀਦੀ ਹੈ, ਜਜ਼ਬਾ ਚਾਹੀਦਾ ਹੈ। ਇਹ ਸਭ ਕੁਛ ਵਾਹਿਗੁਰੂ ਜੀ ਦਾ ਹੈ। ਨਿਭ ਰਿਹਾ ਹੈ ਤੇ ਸ਼ੁਕਰਾਨਾ ਕਰਨਾ। ਜਦੋਂ ਵਿਚਾਰਾਂ ਕਰਨੀਆਂ ਨੇ, ਮਨ ਵਿੱਚ ਭਾਵਨਾ ਰੱਖਣੀ ਹੈ, ਸਿੱਖਣਾ ਵੀ ਹੈ, ਇਹਨੂੰ ਵੰਡਣਾ ਵੀ ਹੈ। ਆਖੋ ਵਾਹਿਗੁਰੂ। ਆਪ ਵੀ ਇਸ ਤੋਂ ਪ੍ਰੇਰਿਤ ਹੋਣਾ ਹੈ, ਹੋਰਨਾਂ ਨੂੰ ਪ੍ਰੇਰਿਤ ਕਰਨਾ ਹੈ। ਜਿਹੜੇ ਵੀ ਇਹ ਤਿੰਨ ਤਰੀਕਿਆਂ ਨਾਲ ਰੱਬ ਦੇ ਗੁਣਾਂ ਨੂੰ ਗਾਉਂਦੇ ਨੇ, ਉਹ ਸਾਰੇ ਹੀ ਸਗਲ ਪਵਿੱਤ, ਉਹ ਅੰਦਰੋਂ ਪਵਿੱਤਰ ਹੁੰਦੇ ਨੇ। ਭਾਵ ਸ਼ੁੱਧ ਨੀਅਤ, ਸ਼ੁੱਧ ਸੋਚ, ਸ਼ੁੱਧ ਵਿਚਾਰ ਅੰਦਰ ਉਤਪੰਨ ਹੁੰਦੇ ਨੇ। ਪਾਪ ਮਿਟਹਿ ਸਾਧੂ ਸ਼ਰਨ ਦਇਆਲ ਰਹਾਓ। ਸਾਧੂ ਗੁਰੂ, ਗੁਰੂ ਦੀ ਸ਼ਰਨ ਕੀ ਹੈ? ਉਪਦੇਸ਼ ਨੂੰ ਮੰਨਣਾ। ਤੇ ਜਦੋਂ ਗੁਰੂ ਦੇ ਉਪਦੇਸ਼ ਮੰਨਾਂਗੇ, ਪਾਪ ਪ੍ਰਵਿਰਤੀ ਸੁਭਾਅ ਵਿੱਚ ਹੈ, ਸੋਚ ਵਿੱਚ ਹੈ। ਸੌਖਾ ਜਿਹਾ ਤਰੀਕਾ, ਇੱਕ ਪਾਸੇ ਕਾਗਜ਼ ਪੈਨ ਲੈ ਲੈਣਾ, ਚਾਹੇ ਤੁਸੀਂ ਬੱਚਿਆਂ ਨੂੰ ਪੁੱਛ ਲੈਣਾ, ਇੱਦਾਂ ਬੱਚਿਆਂ ਦੀ ਪ੍ਰੈਕਟਿਸ ਕਰਕੇ ਦੇਖੋ। ਇੱਕ ਪਾਸੇ ਲਿਖ ਦਿਓ ਸਲੈਂਡਰਿੰਗ, ਨਿੰਦਾ, ਔਗਣਾਂ ਦੀ ਡਿਸਕਸ਼ਨ। ਦੂਸਰੇ ਪਾਸੇ ਰਾਈਟ ਸਾਈਡ ਤੇ ਲਿਖ ਦਿਓ ਗੁਣਾਂ ਦੀ ਡਿਸਕਸ਼ਨ। ਫਿਰ ਖੱਬੇ ਪਾਸੇ ਲਿਖ ਦਿਓ ਕਿਸੇ ਦੇ ਔਗਣ ਫੋਕਸ ਕਰਨੇ, ਇੱਧਰ ਲਿਖ ਦਿਓ ਗੁਣ ਫੋਕਸ ਕਰਨੇ। ਫਿਰ ਲਿਖਿਓ ਤੁਸੀਂ ਔਗਣ ਡਿਸਕਸ਼ਨ ਕਰਦੇ ਆ, ਪੈਦਾ ਕੀ ਹੁੰਦਾ ਹੈ? ਨਫ਼ਰਤ। ਇੱਧਰ ਨਫ਼ਰਤ ਲਿਖ ਦਿਓ। ਗੁਣਾਂ ਨੂੰ ਡਿਸਕਸ ਕਰਦੇ ਆ, ਜਿਹਦੇ ਗੁਣਾਂ ਦੀ ਡਿਸਕਸ਼ਨ ਕਰਾਂਗੇ ਉਹਦੇ ਬਾਰੇ ਕੀ ਪੈਦਾ ਹੋਏਗਾ? ਪਿਆਰ।
ਲੈ ਕਿਸੇ ਬੱਚੇ ਨੂੰ ਵੀ ਪੁੱਛ ਕੇ ਦੇਖਿਓ, ਆ ਜਿਹੜਾ ਲੈਫਟ ਸਾਈਡ ਤੇ ਮੈਂ ਲਿਖਿਆ ਹੋਇਆ ਹੈ, ਇੱਕ ਰਾਈਟ ਸਾਈਡ ਤੇ ਲਿਖਿਆ ਜੋ ਪਾਪ ਕਿਹੜਾ ਤੇ ਪੁੰਨ ਕਿਹੜਾ ਹੈ। ਬਸ ਫਿਰ ਇਹ ਪ੍ਰਵਿਰਤੀਆਂ ਜਿਹੜੀਆਂ ਸਾਡੇ ਸੁਭਾਅ ਸੋਚ ਵਿੱਚ ਬਣਦੀਆਂ ਨੇ, ਇਹਦੇ ਨਾਲ ਜ਼ਿੰਦਗੀ 'ਚ ਸਾਰੇ ਪਾਸੇ ਖਿਲਾਰੇ ਖਿਲਰ ਜਾਂਦੇ ਨੇ। ਘਰ ਵਿੱਚ, ਕਾਰੋਬਾਰ ਵਿੱਚ ਇਤਨਾ ਉਲਝਣ ਤਾਣੀ ਬੰਦਾ ਬਣਾ ਬੈਠਦਾ ਤੇ ਇਹਦੇ ਪੱਲੇ ਕੁਛ ਨਹੀਂ ਪੈਂਦਾ ਤੇ ਜ਼ਿੰਦਗੀ 'ਚ ਨਿਰਾ ਪਛਤਾਵਾ ਪੱਲੇ ਪੈਂਦਾ ਹੈ। ਉਹ ਪਾਪ ਪ੍ਰਵਿਰਤੀ ਹੈ ਤੇ ਗੁਰੂ ਦੇ ਉਪਦੇਸ਼ ਮੰਨਣ ਦੇ ਨਾਲ ਹੀ ਇਹ ਸੁਭਾਅ ਦੀਆਂ ਕਮਜ਼ੋਰੀਆਂ ਦਿਸਣਗੀਆਂ। ਇਹਦੇ ਨਾਲ ਹੀ ਇਹ ਕਮਜ਼ੋਰੀਆਂ ਦੂਰ ਹੁੰਦੀਆਂ ਨੇ ਤੇ ਵਾਹਿਗੁਰੂ ਦਿਆਲੂ ਦੀ ਸ਼ਰਨ ਪੈਣ ਦੀ ਜੁਗਤ ਆਉਂਦੀ ਹੈ। ਆਖੋ ਵਾਹਿਗੁਰੂ। ਇਹ ਰਹਾਉ ਪਦਾ ਹੈ, ਸੈਂਟਰਲ ਆਈਡੀਆ ਹੈ। ਬਹੁਤ ਉਰਧ ਤਪ ਸਾਧਨ ਸਾਧੇ, ਲੋਕਾਂ ਨੇ ਉੱਠੇ ਲਟਕ ਕੇ ਤਪ ਕੀਤੇ, ਸਾਧਨਾ ਸਾਧੀਆਂ, ਸਮਾਧੀਆਂ ਲਾਈਆਂ, ਬੜੇ ਕਸ਼ਟ ਸਹਾਰੇ, ਅਨੇਕ ਲਾਭ ਮਨੋਰਥ ਲਾਧੇ। ਉਹਦੇ ਲਾਭ, ਉਹਦੇ ਮਨੋਰਥ, ਰਿਧੀਆਂ ਸਿੱਧੀਆਂ, ਹੋਰ ਫਲਾਨਾ ਧਿਮਕਾ, ਜਾਂ ਇੱਦਾਂ ਕਹਿ ਲਓ ਕਿ ਇੱਕ ਉਹ ਨੇ ਜਿਹੜੇ ਧਾਰਮਿਕ ਪ੍ਰਕਿਰਿਆ ਕਰਦੇ, ਸਾਧਨਾ ਕਰਦੇ, ਤਪ ਕਰਦੇ, ਅਨੇਕਾਂ ਉਹ ਜਿਹੜੇ ਦੁਨਿਆਵੀ ਪਦਾਰਥ, ਲੋਭ ਲਾਲਚ, ਉਹਦੇ ਪ੍ਰਾਪਤੀ ਵਾਸਤੇ ਯਤਨ ਕਰਦੇ। ਪਰ ਇਹਨਾਂ ਸਾਰਿਆਂ ਨਾਲੋਂ ਉੱਪਰ ਹੈ ਹਰ ਹਰ ਨਾਮ ਰਸਨ ਆਰਾਧੇ, ਜੋ ਰੱਬ ਦਾ ਗਿਆਨ ਹੈ। ਗੁਰਬਾਣੀ ਬ੍ਰਹਮ ਦਾ ਗਿਆਨ ਹੈ, ਰੱਬ ਦਾ ਗਿਆਨ। ਗੁਰਬਾਣੀ ਅੰਦਰ ਜੋ ਗਿਆਨ ਹੈ, ਉਹ ਬਾਹਰ ਵਰਤਾਰਿਆਂ ਵਿੱਚ ਗਿਆਨ ਬੈਠਾ ਹੈ। ਜਦੋਂ ਗੁਰੂ ਪਾਤਸ਼ਾਹ ਕਹਿੰਦੇ ਜਿਉ ਮਛਲੀ ਬਿਨ ਪਾਣੀਆਂ ਕਿਉ ਜੀਵਨ ਪਾਵੈ, ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ। ਇਹਦੇ 'ਚੋਂ ਗਿਆਨ ਮਿਲਦਾ ਜੇ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ ਤੇ ਸੁਭਾਅ ਉਪਦੇਸ਼ ਮੰਨਣ ਤੋਂ ਬਿਨਾਂ ਚੰਗਾ ਸੁਭਾਅ ਮਰ ਜਾਂਦਾ। ਆਖੋ ਵਾਹਿਗੁਰੂ। ਹੁਣ ਜਦੋਂ ਵੀ ਤੁਸੀਂ ਮੱਛੀ ਨੂੰ ਦੇਖੋਗੇ, ਪਾਣੀ ਨੂੰ ਦੇਖੋਗੇ ਤੇ ਆ ਗਿਆਨ ਉੱਥੇ ਝਲਕੇਗਾ, ਗੁਰੂ ਨੇ ਸਿਖਾਇਆ। ਇਹਦੀਆਂ ਵਿਚਾਰਾਂ ਕਰਨੀਆਂ, ਇਹਨੂੰ ਮੰਨਣਾ, ਯਾਦ ਰੱਖਣਾ, ਧਿਆਨ ਦੇਣਾ ਤੇ ਇਹਦਾ ਆਨੰਦ ਮਾਣਨਾ, ਇਹਨੂੰ ਕਹਿੰਦੇ ਹਰ ਹਰ ਨਾਮ ਰਸਨ ਆਰਾਧੇ। ਆਰਾਧਨਾ ਮੰਨਣਾ, ਜ਼ਿੰਦਗੀ 'ਚ ਜਿਉਣਾ। ਇਹ ਦੁਨੀਆ ਦੀਆਂ ਲੱਖਾਂ ਕਠਨ ਤਪੱਸਿਆਵਾਂ ਦੇ ਮੁਕਾਬਲੇ, ਜਾਂ ਇੱਦਾਂ ਕਹਿ ਲਓ ਇਹ ਰੱਬੀ ਮਾਰਗ, ਰੱਬ ਦੇ ਮਾਰਗ ਦੀਆਂ ਵਿਚਾਰਾਂ ਦਾ ਰਸ ਮਾਣਨਾ, ਮੰਨਦਿਆਂ ਪ੍ਰੈਕਟੀਕਲ ਜਿਉਣਾ, ਅੰਦਰੋਂ ਆਨੰਦ ਵਿੱਚ ਜਿਉਣਾ, ਰੱਬ ਦੀ ਯਾਦ ਵਿੱਚ, ਭੈ ਭਾਵਨੀ ਸ਼ੁਕਰਾਨੇ ਵਿੱਚ, ਇਹਦੇ ਮੁਕਾਬਲੇ ਤੇ ਦੁਨੀਆ ਦੀ ਕੋਈ ਵੀ ਤਪ ਸਾਧਨਾ ਤੁੱਛ ਹੈ। ਆਖੋ ਵਾਹਿਗੁਰੂ। ਅੱਗੋਂ ਫਿਰ ਸਤਿਗੁਰੂ, ਕਿਉਂਕਿ ਗੁਰਮਤਿ ਦੇ ਮਾਰਗ ਦੀ ਕੰਪੈਰੀਜ਼ਨ ਕਰ ਰਹੇ ਨੇ ਦੂਸਰੇ ਧਰਮ ਦੇ ਕਰਮਾਂ ਨਾਲ। ਸਿਮਰਤ ਸ਼ਾਸਤ ਵੇਦ ਵਖਾਨੇ, ਕੋਈ ਧਾਰਮਿਕ ਗ੍ਰੰਥਾਂ ਦਾ ਪਾਠ ਕਰਦਾ, ਬੜਾ ਸੋਹਣਾ ਪਾਠ ਕਰ ਰਿਹਾ ਹੈ, ਬੜੀ ਉੱਚੀ ਪਾਠ ਕਰ ਰਿਹਾ ਹੈ, ਬੁਲੰਦ ਆਵਾਜ਼ ਹੈ। ਜੋਗ ਗਿਆਨ ਸਿੱਧ ਸੁਖ ਜਾਣੇ, ਫਿਰ ਜੀ ਜੋਗ ਮਤ ਦੀ ਇਹਨੂੰ ਕੋਲ ਬੜੀ ਨੌਲੇਜ ਹੈ। ਇਹ ਜੋਗ ਮਤ ਅਨੁਸਾਰ ਬੜੀ ਭਗਤੀ ਕਰਦਾ ਹੈ। ਇਹਦੇ ਕੋਲ ਸਿੱਧੀਆਂ ਨੇ, ਇਹ ਸਫਲ ਹੈ ਬਈ। ਉਹ ਜਿਹੜੀਆਂ ਰਿਧੀਆਂ ਸਿੱਧੀਆਂ ਲੋਕਾਂ ਨੂੰ ਭਰਮਾ ਲੈਣਾ, ਆਪਣੇ ਨਾਲ ਜੋੜ ਲੈਣਾ, ਉਹਨੂੰ ਬੜਾ ਵੱਡਾ ਸੁੱਖ ਮੰਨਦੇ ਸੀ। ਸਤਿਗੁਰੂ ਕਹਿੰਦੇ ਇਹਦੇ ਮੁਕਾਬਲੇ ਤੇ ਸਭ ਤੋਂ ਵੱਡੀ ਦਾਤ ਕਿਹੜੀ ਹੈ? ਉਹ ਹੈ ਨਾਮ ਜਪਤ ਰੱਬ ਸਿਉ ਮਨ ਮਾਨੇ। ਜੋ ਰੱਬ ਦਾ ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਦੇ ਉਪਦੇਸ਼ ਨੇ, ਗਿਆਨ ਰੂਪੀ ਨਾਮ ਹੈ। ਮਨ ਉਸ ਨੂੰ ਮੰਨੇ, ਮਨ ਨੂੰ ਬੜਾ ਚੰਗਾ ਲੱਗੇ ਤੇ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਜਾਵੇ। ਰੱਬੀ ਮਾਰਗ ਦੇ ਲਈ ਆਪਾ ਵਾਰ ਦੇਵੇ, ਗੁਰੂ ਦੇ ਮਾਰਗ ਲਈ ਆਪਾ ਵਾਰ ਦੇਵੇ। ਇਹਦੇ ਮੁਕਾਬਲੇ ਤੇ ਧਰਮ ਦੇ ਕਰਮ, ਰਿਧੀਆਂ ਸਿੱਧੀਆਂ, ਹੋਰ ਫਲਾਨਾ ਧਿਮਕਾ ਕਿਸੇ ਕੰਮ ਨਹੀਂ। ਆਖੋ ਵਾਹਿਗੁਰੂ। ਗੁਰਸਿੱਖ ਉਹਨਾਂ ਵਿਚਾਰਾਂ 'ਚ ਪੈਂਦਾ ਹੀ ਨਹੀਂ, ਤਪ ਸਾਧਨਾ, ਹੋਰ ਫਲਾਨਾ ਧਿਮਕਾ, ਕਿਉਂਕਿ ਗੁਰੂ ਦਾ ਹੁਕਮ ਮੰਨਣਾ ਆਪਾ ਵਾਰਨ ਤੋਂ ਬਿਨਾਂ ਨਹੀਂ ਹੋਏਗਾ। ਇਹੀ ਤਪੱਸਿਆ ਹੈ, ਇਹੀ ਜਪਤ ਹੈ, ਇਹੀ ਜਾਪ ਹੈ। ਅਗਾਧ ਬੋਧ ਹਰ ਅਗਮ ਅਪਾਰੇ, ਫਿਰ ਮਹਿਸੂਸ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਅਗਾਧ, ਜਿਨ੍ਹਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ, ਬੋਧ ਜਿਨ੍ਹਾਂ ਨੂੰ ਪੂਰਾ ਸਮਝ ਨਹੀਂ ਸਕਦਾ, ਅਗੰਮ ਸਾਡੀ ਪਹੁੰਚ ਤੋਂ ਪਰੇ ਹੈ, ਅਪਾਰੇ ਬੇਅੰਤ ਹੈ ਵਾਹਿਗੁਰੂ ਜੀ।
ਨਾਮ ਜਪਤ ਨਾਮ ਹਿਰਦੇ ਵਿਚਾਰੇ। ਹਿਰਦੇ 'ਚ ਵਿਚਾਰ ਕੀਤੀ ਨਾਮ ਦੀ। ਉਹ ਵਿਚਾਰ ਕਿਹਦੀ ਹੁੰਦੀ ਹੈ? ਵਿਚਾਰ ਉਪਦੇਸ਼ ਦੀ ਹੁੰਦੀ ਹੈ, ਦਾ ਵਿਚਾਰ ਗਿਆਨ ਦੀ ਹੁੰਦੀ ਹੈ। ਉਸ ਉਪਦੇਸ਼ ਨੂੰ ਮੰਨਣਾ ਹੀ ਜਪਣਾ ਹੁੰਦਾ ਹੈ। ਆਖੋ ਵਾਹਿਗੁਰੂ। ਨਾਨਕ ਕਉ ਪ੍ਰਭ ਕਿਰਪਾ ਧਾਰੇ। ਇਹ ਹੁਕਮ ਨੂੰ ਮੰਨਣਾ, ਉਪਦੇਸ਼ ਨੂੰ ਮੰਨਣਾ, ਉਪਦੇਸ਼ ਦੀ ਵਿਚਾਰ ਕਰਨੀ, ਆਪਾ ਵਾਰ ਦੇਣਾ, ਰੱਬ ਦੇ ਭੈ ਵਿੱਚ, ਰੱਬ ਦੇ ਸ਼ੁਕਰਾਨੇ ਵਿੱਚ ਜਿਉਣਾ, ਗੁਰਮੁਖ ਸੁਭਾਅ, ਗੁਰਮਤਿ ਵਾਲੀ ਸੋਚ ਧਾਰਨ ਕਰਕੇ ਪ੍ਰੈਕਟੀਕਲ ਜਿਉਣਾ। ਇਹ ਤਦ ਹੀ ਹੁੰਦਾ ਹੈ ਜਦੋਂ ਰੱਬ ਕਿਰਪਾ ਧਾਰੇ। ਕਹਿੰਦੇ ਨਾਨਕ ਨੂੰ ਕਿਰਪਾ ਕੀਤੀ ਪ੍ਰਭੂ ਨੇ। ਇੱਦਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨਾਨਕ ਸ਼ਬਦ ਵਰਤ ਕੇ ਕਹਿੰਦੇ ਨੇ, ਮੈਂ ਜਿਉਇਆ ਆਪਣੇ ਗੁਰੂ ਦੇ ਉਪਦੇਸ਼ਾਂ ਨੂੰ ਅੰਦਰ ਧਾਰਨ ਕਰਕੇ। ਆਖੋ ਗੌੜੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ। ਸਿਮਰ 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 ਸੁਖ ਪਾਇਆ। ਇੱਥੇ ਗੱਲ ਯਾਦ ਰੱਖਿਓ, ਜਦੋਂ ਗੁਰਬਾਣੀ ਦੀ ਵਿਚਾਰ ਕਰਨੀ ਹੈ ਨਾ, ਇੱਕ ਨਜ਼ਰੀਆ ਹੈ। ਜਦੋਂ ਕਿਤੇ ਦੇਖਣ ਦੀ ਗੱਲ ਕੀਤੀ ਜਾਂਦੀ ਹੈ, ਦੇਖਦਾ ਕੌਣ ਹੈ? ਅੱਖਾਂ। ਸਾਨੂੰ ਇੱਦਾਂ ਲੱਗਦਾ ਨਾ ਵੀ ਅੱਖਾਂ ਦੇਖਦੀਆਂ ਨੇ, ਨਾ, ਅੱਖਾਂ ਨਹੀਂ ਦੇਖਦੀ। ਅੱਖਾਂ ਵਿੱਚੋਂ ਦੀ ਮਨ ਦੇਖਦਾ। ਜਿਹੋ ਜੀ ਭਾਵਨਾ ਹੈ ਉਸੇ ਨਜ਼ਰੀਏ ਨਾਲ ਦੇਖਦਾ। ਸਕਾ ਭਰਾ ਹੈ, ਸਕੇ ਭਰਾ ਨਾਲ ਪਿਆਰ ਹੈ, ਸਤਿਕਾਰ ਹੈ, ਤਾਂ ਹੋਰ ਤਰੀਕੇ ਨਾਲ ਦੇਖਦਾ। ਜਦੋਂ ਅਣਬਣ ਹੋ ਜਾਂਦੀ ਹੈ ਬਸ ਫਿਰ ਨਜ਼ਰੀਆ ਬਦਲ ਜਾਂਦਾ ਹੈ। ਇਹਦਾ ਮਤਲਬ ਮਨ ਦੇ ਦੇਖਣ ਦੇ ਲਈ ਅੱਖਾਂ ਜ਼ਰੂਰੀ ਨੇ। ਅੱਖਾਂ ਤੋਂ ਬਿਨਾਂ ਨਹੀਂ ਦੇਖ ਸਕਦਾ। ਕੰਨਾਂ ਰਾਹੀਂ ਸੁਣਦਾ ਹੈ, ਮਨ ਕਰਦਾ ਸਭ ਜੋ ਕੀਆ ਸੋ ਮਨ ਕੀਆ। ਮਨ ਹੀ ਸੁੰਘਦਾ, ਨੱਕ ਰਾਹੀਂ ਬੜੀ ਸੋਹਣੀ ਸੁਗੰਧੀ ਹੈ। ਮਨ ਹੀ ਜੀਭ ਰਾਹੀਂ ਦੇਖਦਾ, ਬੜੇ ਸੋਹਣੇ ਸਵਾਦ ਹੈ। ਇਹਦਾ ਪੈਰਾਮੀਟਰ ਕੀ ਹੈ? ਜੋ ਸੁਭਾਅ ਦੇ ਫਿੱਟ ਆਉਂਦਾ ਉਹਨੂੰ ਮਨ ਕਹਿੰਦਾ ਬੜਾ ਵਧੀਆ ਹੈ। ਜੋ ਸੁਭਾਅ ਦੇ ਉਲਟ ਹੈ ਉਹਨੂੰ ਕਹਿੰਦਾ ਇਹ ਠੀਕ ਨਹੀਂ ਹੈ। ਤੇ ਅੰਦਰ ਹੀ ਇੱਕ ਚੇਤਾ ਸ਼ਕਤੀ ਹੈ, ਮੈਮਰੀ ਪਾਵਰ, ਨਿਊਰੋਨ ਸਿਸਟਮ ਹੈ ਸਾਡਾ। ਬੜਾ ਕਮਾਲ ਦਾ ਆਪਰੇਟਿੰਗ ਸਿਸਟਮ ਹੈ। ਇਹਦੇ 'ਚ ਯਾਦਾਂ ਨੇ। ਪੁੱਤਰ ਚੇਤੇ ਆਇਆ ਬੈਠੇ ਬੈਠੇ। ਜਿਸ ਵਾਹਿਗੁਰੂ ਜੀ ਨੇ ਪੁੱਤਰ ਦਿੱਤਾ ਉਹ ਚੇਤੇ ਆਇਆ ਕਿ ਨਹੀਂ? ਪੁੱਤਰ ਨੂੰ ਨਾਮ ਲੈ ਕੇ ਬੁਲਾਉਂਦੇ ਹਾਂ ਅਸੀਂ, ਧੀ ਦਾ ਨਾਮ ਲੈ ਕੇ ਬੁਲਾਉਂਦੇ ਹਾਂ। ਜਦੋਂ ਨਾਮ ਲੈ ਕੇ ਬੁਲਾਉਂਦੇ ਹਾਂ ਤੇ ਉਹ ਨਾਮ ਦਾ ਜਿਹੜਾ ਪਹਿਲਾ ਅੱਖਰ ਹੈ ਜਿਸ ਹੁਕਮਨਾਮੇ ਨਾਲ ਆਇਆ ਸੀ, ਉਹ ਗੁਰੂ ਚੇਤੇ ਆਏ ਕਿ ਨਹੀਂ? ਜਿੰਨੀ ਚੇਤਾ ਸ਼ਕਤੀ ਦੇ ਅੰਦਰ ਇੱਕ ਚੇਤਨਾ ਆਏਗੀ, ਉਸ ਚੇਤਨਾ ਮੁਤਾਬਕ ਉਧਰ ਨੂੰ ਯਾਦ ਕਰੇਗਾ। ਤੇ ਜਿਹਨੇ ਵਾਹਿਗੁਰੂ ਜੀ ਨੂੰ ਯਾਦ ਰੱਖ ਕੇ, ਸਪੋਜ਼ ਤੁਸੀਂ ਜਾ ਰਹੇ ਹੋ, 4 ਬੰਦੇ ਬੈਠੇ ਨੇ ਤੇ ਗੱਲਾਂ ਹੋ ਰਹੀਆਂ, ਨਿੰਦਾ ਹੋ ਰਹੀ। ਜੇ ਤਾਂ ਹੁਣ ਗੁਰੂ ਦੀ ਗੱਲ ਚੇਤੇ ਆ ਗਈ, ਰੱਬ ਚੇਤੇ ਆ ਗਿਆ, ਬਈ ਮੈਂ ਹਿੱਸਾ ਨਾ ਲਵਾਂ। ਆਖੋ ਵਾਹਿਗੁਰੂ। ਕਿਉਂਕਿ ਜੇ ਮੈਂ ਹਿੱਸਾ ਲਵਾਂਗਾ ਤਾਂ ਮੇਰੇ ਅੰਦਰ ਵੀ ਉਹਦੇ ਪ੍ਰਤੀ ਨਫ਼ਰਤ ਪੈਦਾ ਹੋ ਜਾਏਗੀ ਜਿਹਦੀਆਂ ਗੱਲਾਂ ਹੋ ਰਹੀਆਂ ਨੇ। ਆਖੋ ਤੇ ਨਫ਼ਰਤ ਹੋਏਗੀ, ਮਨ ਕਾਲਾ ਹੋਏਗਾ। ਜੇ ਤਾਂ ਚੇਤੇ ਆ ਗਿਆ, ਯਾਦ ਆ ਗਿਆ ਤਾਂ ਬਚ ਗਿਆ, ਜੇ ਨਹੀਂ ਯਾਦ ਆਇਆ ਤਾਂ ਫਸ ਗਿਆ। ਆਖੋ ਵਾਹਿਗੁਰੂ। ਜਾਂ ਬਚ ਗਿਆ ਜਾਂ ਫਸ ਗਿਆ। ਇਸ ਲਈ ਗੁਰੂ ਦੇ ਉਪਦੇਸ਼ ਨੂੰ, ਰੱਬ ਦੇ ਗਿਆਨ ਨੂੰ, ਵਾਹਿਗੁਰੂ ਜੀ ਨੂੰ, ਗੁਰੂ ਨੂੰ ਚੇਤੇ ਰੱਖ ਰੱਖ ਕੇ, ਯਾਦ ਰੱਖ ਰੱਖ ਕੇ, ਸਿਮਰ ਸਿਮਰ ਕੇ ਆਤਮਿਕ ਸੁਖ ਪਾਇਆ। ਆਖੋ ਵਾਹਿਗੁਰੂ। ਕਿਵੇਂ? ਚਰਨ ਕਮਲ ਗੁਰ ਹਿਰਦੈ ਬਸਾਇਆ। ਫਿਰ ਗੁਰ ਸਰੂਪ ਨੇ, ਗੁਰੂ ਦੇ ਉਪਦੇਸ਼ ਨੇ। ਚਰਨ ਕਮਲ ਕੀ ਹੈ? ਗੁਣ ਨੇ। ਉਹ ਗੁਣ ਅੰਦਰ ਹਿਰਦੇ 'ਚ ਵਸ ਗਏ। ਫਿਰ ਉਹੀ ਉਦਾਹਰਨ, ਜਦੋਂ ਚੇਤਾ ਆ ਗਿਆ ਵੀ ਗੁਰੂ ਸਾਹਿਬ ਕਹਿੰਦੇ ਨੇ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਹੁਣ ਇਹਦੇ ਕੋਲੇ 2 ਉੱਥੇ ਤਰੀਕੇ ਨੇ। ਇੱਕ ਤਰੀਕਾ ਇਹ ਵਰਤ ਸਕਦਾ ਹੈ ਕਿ ਉਹਨਾਂ ਦੀ ਗੱਲ ਨੂੰ ਥੋੜ੍ਹੀ ਜਿਹੀ ਸੁਣ ਕੇ ਉਹਨੂੰ ਪਾਸਾ ਵੱਟ ਕੇ ਕੋਈ ਹੋਰ ਸਬਜੈਕਟ ਸ਼ੁਰੂ ਕਰ ਦੇਵੇ, ਪੋਜ਼ੀਟਿਵ ਸਬਜੈਕਟ। ਤਾਂ ਜਿਹੜਾ ਪੋਜ਼ੀਟਿਵ ਸਬਜੈਕਟ ਹੋਏਗਾ ਉਹ ਗੁਣਾਂ ਨਾਲ ਸੰਬੰਧਿਤ ਹੋਏਗਾ, ਤਾਂ ਹੋਏਗਾ ਜੇ ਗੁਣ ਹਿਰਦੇ 'ਚ ਵਸਿਆ ਹੋਏਗਾ, ਤੇ ਉਪਦੇਸ਼ ਹਿਰਦੇ 'ਚ ਵਸਿਆ ਹੋਏਗਾ ਵੀ ਮੰਨਣਾ ਹੈ। ਦੂਸਰਾ ਤਰੀਕਾ ਹੈ ਉੱਠ ਕੇ ਚਲੇ ਜਾਵੇ। ਗੁਰੂ ਦੇ ਗੁਰ ਸਰੂਪ ਨੇ ਅੰਦਰ ਚਰਨ ਕਮਲ।
ਉਪਦੇਸ ਵੀ ਖੁਦ ਚਰਨ ਕਮਲ ਨੇ ਤੇ ਗੁਣ ਵੀ ਚਰਨ ਕਮਲ ਨੇ। ਜਿੰਨੇ ਹਿਰਦੇ 'ਚ ਵਸਣਗੇ, ਪ੍ਰੈਕਟੀਕਲ ਜੀਵਨ 'ਚ ਆਉਣਗੇ, ਉਹਦੇ 'ਚੋਂ ਇੱਕ ਦਾਤ ਮਿਲੇਗੀ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਜੋ ਗੁਰ ਸਰੂਪ ਹੈ, ਉਪਦੇਸ, ਸੱਚਾ ਗਿਆਨ, ਉਹ ਗੋਬਿੰਦ ਪਾਰ ਬ੍ਰਹਮ ਦਾ ਹੀ ਰੂਪ ਹੈ, ਕਿਉਂਕਿ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਹੀ ਹਰ ਥਾਂ ਤੇ ਨੇ। ਵਾਹਿਗੁਰੂ ਜੀ ਦਾ ਰੂਪ, ਅਸਲੀ ਰੂਪ ਜਿਹੜਾ ਸੌਖਾ ਮਹਿਸੂਸ ਹੁੰਦਾ ਹੈ, ਉਹ ਗਿਆਨ ਹੈ, ਉਪਦੇਸ ਹੈ, ਸਿੱਖਿਆ ਹੈ। ਚਿੜੀ ਉੱਡੀ ਤਾਂ ਤੂੰ ਇਹਦੇ 'ਚੋਂ ਕੁਝ ਸਿੱਖ ਸਕਦਾ ਹੈ। ਚਿੜੀ ਬੋਲੀ ਤੂੰ ਸਿੱਖ ਸਕਦਾ ਹੈ। ਕੋਇਲ ਬੋਲੀ ਤੂੰ ਇਹਦੇ 'ਚੋਂ ਗਿਆਨ ਸਿੱਖ ਸਕਦਾ ਹੈ। ਗਿਆਨ, ਰੱਬ ਗਿਆਨ ਬਣ ਕੇ ਕੋਇਲ ਦੀ ਬੋਲੀ 'ਚ ਬੈਠਾ ਹੈ, ਕਾਂ ਦੀ ਬੋਲੀ 'ਚ ਵੀ ਬੈਠਾ ਹੈ। ਨੋਟ ਕਰਿਓ, ਕਾਂ ਬੋਲਦਾ, ਉਹਦੇ ਨਾਲ ਬਿਹੇਵ ਕੀ ਹੁੰਦਾ ਹੈ? ਦੁਰਕਾਰਿਆ ਜਾਂਦਾ ਹੈ, ਆਓ ਇਹਨੂੰ ਕੰਨ ਖਾਂਦਾ ਹੈ। ਕੋਇਲ ਨੂੰ ਕੋਈ ਨਹੀਂ ਕਹਿੰਦਾ ਕੰਨ ਖਾਂਦੀ ਹੈ, ਜਦ ਕਿ ਕੋਇਲ ਦੀ ਆਵਾਜ਼ ਉੱਚੀ ਹੁੰਦੀ ਹੈ ਕਾਂ ਨਾਲੋਂ, ਪਰ ਮਿੱਠੀ ਹੁੰਦੀ ਹੈ। ਆਖੋ ਵਾਹਿਗੁਰੂ। ਉਹ ਜੋ ਗਿਆਨ ਹੈ, ਉਨਾ ਚਿਰ ਸਮਝ ਨਹੀਂ ਆਏਗਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਨੂੰ ਸਮਝੇਗਾ ਨਹੀਂ। ਜੋ ਗੁਰੂ ਸਾਨੂੰ ਗਿਆਨ ਸਿਖਾ ਰਹੇ ਨੇ, ਉਹ ਗਿਆਨ ਰੱਬ ਦਾ ਹੀ ਰੂਪ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇਲਾ ਲੋ। ਪਰ ਬ੍ਰਹਮ ਦਾ ਰੂਪ ਹੈ, ਪਰ ਪੂਰਾ ਹੈ। ਆਖੋ ਵਾਹਿਗੁਰੂ। ਉਹਦੇ 'ਚ ਕੋਈ ਘਾਟ ਨਹੀਂ। ਦੁਨੀਆ ਦੀ ਨੌਲੇਜ ਦੇ ਵਿੱਚ ਕਿਤੇ ਨਾ ਕਿਤੇ ਕੋਈ ਘਾਟ ਹੋ ਸਕਦੀ ਹੈ। ਰੱਬੀ ਗਿਆਨ, ਗੁਰੂ ਦੀ ਬਾਣੀ ਰੂਪੀ ਗਿਆਨ ਵਿੱਚ ਕੋਈ ਘਾਟ ਨਹੀਂ, ਕਿਉਂਕਿ ਬ੍ਰਹਮ ਦਾ ਰੂਪ ਹੈ, ਉਹ ਗੁਰ ਸਰੂਪ ਹੈ। ਤਿਸੈ ਅਰਾਧ ਮੇਰਾ ਮਨ ਧੀਰਾ ਰਹਾਓ। ਹੁਣ ਉਹ ਜੋ ਗੁਰ ਸਰੂਪ ਹੈ, ਗਿਆਨ ਸਰੂਪ ਹੈ, ਉਹਦੀ ਅਰਾਧਨਾ ਕੀ ਹੈ? ਉਹਦੀ ਅਰਾਧਨਾ ਮੰਨਣਾ ਹੈ, ਪ੍ਰੈਕਟੀਕਲ ਜਿਉਣਾ ਹੈ। ਉਹਦੀ ਅਰਾਧਨਾ ਦਾ ਇੱਕ ਹਿੱਸਾ ਹੈ ਕਿ ਉਸ ਉਪਦੇਸ਼ ਰਾਹੀਂ ਆਪਣੇ ਸੋਚ ਸੁਭਾਅ ਨੂੰ ਪਰਚੋਲਣਾ ਹੈ, ਸੋਚ ਸੁਭਾਅ ਨੂੰ ਸੰਵਾਰਨਾ, ਸ਼ਿੰਗਾਰਨਾ ਤੇ ਪ੍ਰੈਕਟੀਕਲ ਉਸ ਨੂੰ ਜਿਉਣਾ। ਇਹ ਸੈਂਟਰਲ ਆਈਡੀਆ ਹੈ ਰਹਾਓ। ਮੈਂ ਕਿਤੇ ਤੁਹਾਨੂੰ ਦੁਨਿਆਵੀ ਉਦਾਹਰਣ, ਟ੍ਰੈਫਿਕ ਰੂਲਸ ਡਰਾਈਵਰ ਨੂੰ ਪਹਿਲਾਂ ਸਿਖਾਏ ਜਾਂਦੇ ਨੇ। ਇਹ ਗੱਲ ਵੱਖਰੀ ਹੈ, ਇੰਡੀਆ ਵਰਗੇ ਦੇਸ਼ਾਂ 'ਚ ਘਰ ਬੈਠੇ ਲਾਇਸੈਂਸ ਬਣ ਜਾਂਦਾ। ਇੱਥੇ ਪਹਿਲਾਂ ਸਿੱਖਣਾ ਪਵੇਗਾ, ਯਾਦ ਰੱਖਣਾ ਪਵੇਗਾ, ਫਿਰ ਉਹਦਾ ਟੈਸਟ ਦੇਣਾ ਪਵੇਗਾ, ਰਿਟਨ ਟੈਸਟ। ਟੈਸਟ ਤੋਂ ਬਾਅਦ ਫਿਰ ਡਰਾਈਵਿੰਗ ਟੈਸਟ ਦੇਣਾ ਪਵੇਗਾ। ਇਹਦਾ ਮਤਲਬ ਉਹਨੇ ਰੂਲਸ ਸਿੱਖੇ ਨੇ, ਤਾਈਓ ਤੇ ਟੈਸਟ ਪਾਸ ਕੀਤਾ ਹੈ। ਉਹਨੇ ਰੂਲਸ ਸਿੱਖੇ ਹੀ ਨਹੀਂ, ਰਿਟਨ ਟੈਸਟ ਵੀ ਪਾਸ ਕੀਤਾ, ਡਰਾਈਵਿੰਗ ਟੈਸਟ ਵੀ ਉਹਨੇ ਪਾਸ ਕੀਤਾ ਹੈ, ਪਰ ਫਿਰ ਵੀ ਉਹਨੂੰ ਰੂਲਸ ਯਾਦ ਕਰਾਉਣ ਵਾਸਤੇ ਬੋਰਡ ਲਾਏ ਜਾਂਦੇ ਨੇ। ਉਹਨਾਂ ਦੇਸ਼ਾਂ 'ਚ ਬੋਰਡ ਵੀ ਪੂਰੇ ਨਹੀਂ ਲੱਗਦੇ, ਇੱਥੇ ਬੋਰਡ ਵੀ ਪਲ ਪਲ ਤੇ ਹਰ ਥਾਂ ਤੇ ਬੋਰਡ ਹੈ। ਪਰ ਉਹ ਬੋਰਡ ਦੋ ਤਰ੍ਹਾਂ ਦੇ ਨੇ, ਇੱਕ ਸਾਈਨ ਬੋਰਡ ਨੇ, ਇੱਕ ਲਿਖੇ ਹੋਏ ਬੋਰਡ ਨੇ। ਹੁਣ ਲਿਖੇ ਹੋਏ ਬੋਰਡ ਦੇ ਵਿੱਚ ਵੀ ਗਿਆਨ ਹੈ, ਸਾਈਨ ਬੋਰਡ ਦੇ ਵਿੱਚ ਵੀ ਗਿਆਨ ਹੈ। ਜਿਹਨੇ ਸਿੱਖਿਆ ਹੈ, ਉਸ ਗਿਆਨ ਨੂੰ ਸਾਹਮਣੇ ਦੇਖਦਾ ਹੈ। ਜੇ ਫੋਲੋ ਕਰ ਲਿਆ ਤਾਂ ਯਾਦ ਰੱਖਿਓ, ਉਸ ਗਿਆਨ ਦੀ ਅਰਾਧਨਾ ਹੋ ਗਈ ਹੈ, ਕਿ ਗੁੱਡ ਡਰਾਈਵਰ ਹੈ। ਅਗਰ ਉਸ ਗਿਆਨ ਨੂੰ ਫੋਲੋ ਨਹੀਂ ਕੀਤਾ ਤਾਂ ਉਹਦੀ ਅਰਾਧਨਾ ਨਹੀਂ ਹੋਈ, ਤਾਂ ਉਹਨੂੰ ਪੁਲਿਸ ਨੇ ਟਿਕਟ ਦੇ ਦੇਣੀ ਹੈ। ਆਖੋ ਵਾਹਿਗੁਰੂ। ਇਸ ਲਈ ਗਿਆਨ ਨੂੰ ਦੂਸਰਾ ਪੱਖ ਇਹਦਾ ਬੜਾ ਸੈਂਸਿਟਿਵ ਜਿਹਾ ਪੁਆਇੰਟ ਹੈ, ਸਮਝਣ ਦਾ ਯਤਨ ਕਰਿਓ। ਸਾਹਮਣੇ ਇੱਕ ਬੋਰਡ ਲੱਗਿਆ, ਉੱਤੇ ਲਿਖਿਆ 50, ਯਾਨੀ ਸਪੀਡ ਵਾਸਤੇ ਲਿਖਿਆ। ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਬੋਰਡ ਲੱਗਦੇ ਨੇ, ਉੱਥੇ ਸਿਰਫ 50 ਲਿਖਿਆ ਹੁੰਦਾ, ਹੇਠਾਂ ਕੁਝ ਨਹੀਂ ਲਿਖਿਆ ਹੁੰਦਾ। ਇਹ ਅਮਰੀਕਾ ਵਿੱਚ ਵੀ 50 ਲਿਖਿਆ ਹੁੰਦਾ, ਜਾਂ 60 ਕਹਿ ਲਓ, ਜਾਂ 100 ਕਹਿ ਲਓ, ਪਰ ਉੱਥੇ ਮਾਈਲਸ ਹੈ, ਇੱਥੇ ਕਿਲੋਮੀਟਰ ਹੈ। ਲਿਖਿਆ ਦੋਨਾਂ ਥਾਵਾਂ 'ਤੇ ਨਹੀਂ, ਪਰ ਪਤਾ ਹੈ ਬੰਦੇ ਨੂੰ ਵੀ ਅਮਰੀਕਾ 'ਚ ਮੈਂ ਗੱਡੀ ਚਲਾ ਰਿਹਾ ਤਾਂ ਇੱਥੇ ਮਾਈਲਸ ਚੱਲ ਰਹੇ ਨੇ, ਕੈਨੇਡਾ ਚਲਾ ਰਿਹਾ ਇੱਥੇ ਕਿਲੋਮੀਟਰ 'ਚ ਚੱਲ ਰਹੇ ਨੇ। ਤਾਂ ਹੁਣ ਕੀ ਕਰਦਾ ਉਹ ਜਿਹੜਾ 50 ਲਿਖਿਆ ਨਾ, ਉਹਦੇ ਵਿੱਚ ਜਿਹੜਾ ਗਿਆਨ ਹੈ ਨਾ, ਉਸ ਗਿਆਨ ਦੇ ਨਾਲ ਜਿਉਂ ਹੀ ਬੋਰਡ ਨੂੰ ਦੇਖਦਾ ਹੈ, ਉਹ ਫਿਰ ਉੱਧਰੋਂ ਆਪਣੇ ਸਪੀਡੋਮੀਟਰ ਨੂੰ ਦੇਖਦਾ ਕਿ ਮੇਰੀ ਗੱਡੀ ਦੀ ਸਪੀਡ ਕਿੰਨੀ ਹੈ। ਇਹਦਾ ਮਤਲਬ ਆਪਣੀ ਪੜਚੋਲ ਕਰਦਾ, ਮੈਂ ਕਿਹੜੀ ਸਪੀਡ 'ਤੇ ਜਾ ਰਿਹਾ। ਆਖੋ ਫਿਰ ਅਗਰ ਉਹ ਸਪੀਡ ਓਵਰ ਹੈ ਤਾਂ ਉਹ ਬ੍ਰੇਕ 'ਤੇ ਪੈਰ ਰੱਖੇਗਾ, ਅਗਰ ਉਹ ਸਪੀਡ ਸਲੋ ਹੈ ਤਾਂ ਉਹ ਐਕਸੀਲੇਟਰ 'ਤੇ ਪੈਰ ਰੱਖੇਗਾ।
ਇਹਦਾ ਮਤਲਬ ਆਪਣੀ ਪੜਚੋਲ ਕਰਕੇ ਉਹਨੂੰ ਬੈਲੈਂਸ ਕਰੇਗਾ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਮੇਰੇ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਉਪਦੇਸ਼ ਨਾਲ ਪਹਿਲਾਂ ਸੋਚ ਤੇ ਸੁਭਾਅ ਦੀ ਪੜਚੋਲ ਹੁੰਦੀ ਹੈ, ਫਿਰ ਉਸ ਦਾ ਬੈਲੈਂਸ ਬਣਾਇਆ ਜਾਂਦਾ। ਆਖੋ ਵਾਹਿਗੁਰੂ। ਉਹਨੂੰ ਆਰਾਧਨਾ ਕਹਿੰਦੇ ਨੇ। ਇਸ ਹੈ ਆਰਾਧ ਮੇਰਾ ਮਨ ਧੀਰਾ। ਇਸ ਨਾਲ ਮਨ ਨੂੰ ਇੱਕ ਧੀਰਜ, ਵਿਸ਼ਵਾਸ, ਹੌਸਲਾ ਰੱਬ ਦੇ ਮਾਰਗ ਤੇ ਤੁਰਨ ਦਾ ਮਿਲਦਾ ਹੈ। ਇਹ ਸੈਂਟਰਲ ਆਈਡੀਆ ਹੈ। ਅਨ ਦਿਨ ਜਪਾਂ ਗੁਰੂ ਗੁਰ ਨਾਮ। ਗੁਰੂ ਦਾ ਗੁਰ ਸਰੂਪ ਨਾਮ ਕਿਹੜਾ ਹੈ? ਉਪਦੇਸ਼। ਉਪਦੇਸ਼ ਨੂੰ ਜਪਣਾ ਕੀ ਹੈ? ਮੰਨਣਾ। ਕਦੋਂ? ਅਨ ਦਿਨ, ਹਰ ਵੇਲੇ, ਦਿਨ ਰਾਤ, ਐਵਰੀ ਸੈਕਿੰਡ ਗੁਰੂ ਦੇ ਗੁਰ ਸਰੂਪ ਨੂੰ, ਗੁਰ ਉਪਦੇਸ਼ ਨੂੰ ਜ਼ਿੰਦਗੀ ਵਿੱਚ ਜਿਉਣਾ, ਮੰਨਣਾ, ਪ੍ਰੈਕਟੀਕਲ ਜਿਉਣਾ। ਤਾਂ ਤੇ ਸਿੱਧ ਭਏ ਸਗਲ ਕਾਮ। ਗੁਰੂ ਦੇ ਮਾਰਗ ਤੇ ਤੁਰਨ ਦੇ ਲਈ ਜੋ ਕੁਝ ਵੀ ਤੈਨੂੰ ਚਾਹੀਦਾ, ਤੇਰਾ ਹਰ ਕਾਰਜ ਪੂਰਾ ਹੋਏਗਾ। ਕੀ ਚਾਹੀਦਾ? ਕਿਤੇ ਮਨ ਡੋਲ ਨਾ ਜਾਵੇ, ਕਿਤੇ ਮਨ ਵਿੱਚ ਸਿਦਕ ਚਾਹੀਦਾ ਹੈ, ਲਗਨ ਜਜ਼ਬਾ ਚਾਹੀਦਾ ਹੈ, ਪਰਉਪਕਾਰ ਦੇ ਮਾਰਗ ਤੇ ਤੁਰਨਾ ਹੈ, ਫਿਰ ਬੈਲੈਂਸ ਵੀ ਬਣਾਉਣਾ ਹੈ, ਪਰਿਵਾਰਕ ਲੋੜਾਂ ਵੀ ਪੂਰੀਆਂ ਕਰਨੀਆਂ, ਕੌਮ ਲਈ ਵੀ ਕੁਝ ਕਰਨਾ ਹੈ, ਆਪਣੇ ਬੱਚਿਆਂ ਨੂੰ ਪਾਲਣਾ ਪੋਸਣਾ ਹੈ, ਪੜ੍ਹਾਉਣਾ ਹੈ, ਉਹਨਾਂ ਨੂੰ ਵੈਲ ਸੈਟਲਡ ਵੀ ਕਰਨਾ ਹੈ, ਦੂਸਰਿਆਂ ਦੇ ਬੱਚਿਆਂ ਨੂੰ ਗੁਰਮਤਿ ਗੁਰਬਾਣੀ ਵੰਡਣੀ ਹੈ, ਬੈਲੈਂਸ ਵੀ ਬਣਾਉਣਾ ਹੈ। ਇਹ ਫਿਰ ਸਭ ਸਫਲਤਾ ਹੁੰਦੀ ਹੈ। ਆਖੋ ਵਾਹਿਗੁਰੂ। ਸਿੱਧ ਪਏ ਸਗਲ ਕਾਮ। ਸਾਰੇ ਕਾਰਜ ਸਿੱਧ ਹੁੰਦੇ ਨੇ। ਜਿਹਨੂੰ ਬੈਲੈਂਸ ਨਹੀਂ ਬਣਾਉਣਾ ਹੁੰਦਾ, ਉਹ ਦੁਨੀਆ ਦੇ ਕਾਰਜ, ਦੁਨੀਆ ਦੀਆਂ ਪ੍ਰਾਪਤੀਆਂ ਦੇ ਕਾਰਜ ਸਫਲ ਕਰਦਾ ਕਰਦਾ ਇੱਕ ਦਿਨ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ ਹੈ। ਇੱਕ ਉਹ ਨੇ ਜਿਹੜੇ ਦੋਨੋਂ ਪਾਸੇ ਸਫਲ ਹੁੰਦੇ ਨੇ। ਆਖੋ ਵਾਹਿਗੁਰੂ। ਇਸ ਲਈ ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ, ਅੰਦਰੋਂ ਜੋਗੀ ਤੇ ਬਾਹਰੋਂ ਰਾਜਾ। ਦਰਸ਼ਨ ਦੇਖ ਸ਼ੀਤਲ ਮਨ ਭਏ। ਉਹ ਹਰ ਵੇਲੇ ਵਾਹਿਗੁਰੂ ਜੀ ਦੇ ਵਾਹਿਗੁਰੂ ਜੀ ਨੂੰ ਹਰ ਥਾਂ ਤੇ ਦੇਖਦੇ ਨੇ, ਗਿਆਨ ਦੇ ਸਰੂਪ ਵਿੱਚ, ਵਾਹਿਗੁਰੂ ਜੀ ਗੁਣਾਂ ਦੇ ਰੂਪ ਵਿੱਚ, ਸ਼ਕਤੀਆਂ ਦੇ ਰੂਪ ਵਿੱਚ, ਨਿਜ਼ਮ ਦੇ ਰੂਪ ਵਿੱਚ। ਉਹ ਜਦੋਂ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਉਹਦੀ ਐਗਜ਼ਿਸਟੈਂਸ ਨੂੰ ਫੀਲ ਕਰਦੇ ਨੇ, ਮਨ ਸ਼ੀਤਲ ਹੁੰਦਾ। ਆਖੋ ਵਾਹਿਗੁਰੂ। ਮਨ ਵਿੱਚ ਇੱਕ ਅਗੰਮੀ ਜਿਹਾ ਮਿੱਠਾ ਮਿੱਠਾ ਰਸ ਬਣਦਾ ਹੈ, ਝੂਮਦਾ ਅੰਦਰੋਂ। ਜਨਮ ਜਨਮ ਕੇ ਕਿਲ ਵਿਖ ਗਏ। ਜਿੰਨੇ ਵਾਰੀ ਵੀ ਬੁਰੀਆਂ ਆਦਤਾਂ ਨੇ ਜਨਮ ਲਿਆ ਸੀ, ਉਹ ਰਸ ਮਾਨਣ ਦੀ ਜ਼ਹਿਰ ਆਦਤਾਂ ਬਣ ਕੇ ਅੰਦਰ ਬੈਠਦੀ, ਉਹਨੂੰ ਕਿਲ ਵਿਖ ਕਹਿੰਦੇ ਨੇ। ਜਿੰਨੇ ਵਾਰੀ ਵੀ ਉਸ ਮਾਹੌਲ ਵਿੱਚ ਬੈਠਾ ਜਿੱਥੇ ਨਿੰਦਾ ਹੁੰਦੀ ਸੀ, ਉਹ ਰਸ ਮਾਨਣ ਦਾ ਜਨਮ ਓਨੇ ਵਾਰੀ ਪੈਦਾ ਹੋਇਆ। ਰਸ ਮਾਨਣ ਦੀ ਖਿੱਚ ਵੀ ਉਨੀ ਵੱਧ ਗਈ, ਆਦਤ ਵੀ ਉਨੀ ਪੱਕ ਗਈ। ਪਰ ਜਿਉਂ-ਜਿਉਂ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਦੇ ਉਪਦੇਸ਼ ਰਾਹੀਂ ਮਨ ਨੂੰ ਹਲੂਣੇ ਦੇ ਕੇ, ਮਤ ਨੂੰ ਹਲੂਣੇ ਦੇ ਕੇ ਸੰਵਾਰਨ ਸ਼ਿੰਗਾਰਨ ਲਈ ਯਤਨਸ਼ੀਲ ਰਹਿੰਦਾ ਹੈ। ਕਿਉਂਕਿ ਇਹ ਜਿੰਨੇ ਵਾਰੀ ਇਹਦੇ ਅੰਦਰ ਇਹ ਰਸ ਜਨਮ ਪੈਦਾ ਹੋਇਆ, ਰਸਾਂ ਦਾ ਜਨਮ ਹੋਇਆ, ਉਹ ਸਾਰੀ ਆਦਤ ਕਿਲਵਿਖ ਮੇਟੀ ਜਾ ਸਕਦੀ ਹੈ। ਇਹ ਰਾਤੇ ਰਾਤ ਨਹੀਂ ਹੁੰਦੀ। ਕਿੰਨੇ ਵਾਰੀ ਜ਼ਿੰਦਗੀ ਦੇ ਵਿੱਚ ਕਿੰਨਿਆਂ ਨਾਲ ਨਫ਼ਰਤ ਕੀਤੀ ਹੈ, ਕਿੰਨੇ ਵਾਰੀ ਨਿੰਦਾ ਕੀਤੀ ਹੈ। ਇਹ ਕਰਦੇ 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 ਆਦਤਾਂ ਦੀ ਤਹਿ ਜੰਮ ਗਈ। ਆਖੋ ਵਾਹਿਗੁਰੂ। ਇਹ ਰਾਤੇ ਰਾਤ ਨਹੀਂ ਲੈਣੀ। ਯਤਨਸ਼ੀਲ ਹੋਣਾ, ਹਰ ਪਲ ਯਤਨਸ਼ੀਲ ਹੋਣਾ। ਇਸ ਲਈ ਅਨ ਦਿਨ ਜਪੋਂ ਦੀ ਗੱਲ ਕੀਤੀ ਹੈ, ਹਰ ਵੇਲੇ। ਕਹੋ ਨਾਨਕ ਕਹਾਂ ਹੈ ਭਾਈ। ਪਿਆਰਿਓ, ਕਹੋ ਨਾਨਕ ਕਹਾਂ ਭੈ ਭਾਈ। ਇਹ ਭਾਈ, ਇਸ ਤਰ੍ਹਾਂ ਜਿਉਣ ਵਾਲੇ ਦੇ ਅੰਦਰ ਦੁਨਿਆਵੀ ਭੈ ਕਿੱਥੇ? ਆਖੋ ਵਾਹਿਗੁਰੂ। ਦੁਨਿਆਵੀ ਭੈ ਨਹੀਂ ਰਹਿੰਦਾ। ਨਾ ਉਹ ਕਿਸੇ ਤੋਂ ਡਰਦੇ ਨੇ, ਨਾ ਕਿਸੇ ਨੂੰ ਡਰਾਉਂਦੇ ਨੇ। ਆਪਣੇ ਸੇਵਕ ਕੀ ਆਪ ਪੈਜ ਰਖਾਈ। ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਐਸੇ ਸੇਵਕਾਂ ਦੀ ਪੈਜ ਰੱਖਦੇ ਨੇ, ਉਹਨਾਂ ਦੇ ਜੀਵਨ ਸਫਲ ਹੋ ਜਾਂਦੇ ਨੇ। ਉਹਨਾਂ ਦੇ ਵਿਜ਼ਨ, ਨਿਸ਼ਾਨੇ ਗੁਰੂ ਦੇ ਨਿਸ਼ਾਨਿਆਂ ਨਾਲ ਮੇਲ ਖਾਂਦੇ ਨੇ। ਜਿਹੜਾ ਪਰਉਪਕਾਰੀ ਹੁੰਦਾ ਹੈ ਨਾ, ਉਹ ਜਦੋਂ ਕਾਰਜ ਕਰਦਾ ਹੈ ਨਾ, ਉਹ ਜਿਹੜਾ ਕਾਰਜ ਸਫਲ ਹੋ ਰਿਹਾ ਹੁੰਦਾ, ਉਹ ਕਾਰਜ ਗੁਰੂ ਦਾ ਹੁੰਦਾ ਹੈ। ਸਫਲਤਾ ਕੌਮ ਦੀ ਹੁੰਦੀ ਹੈ। ਆਖੋ ਵਾਹਿਗੁਰੂ।
ਪੈਜ ਰੱਖਦੇ ਨੇ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੀ। ਹਰ ਗੁਰਸਿੱਖ ਨੂੰ ਪਰਉਪਕਾਰੀ ਬਣਨਾ ਪੈਣਾ ਹੈ। ਪਰਉਪਕਾਰ ਗੁਰੂ ਦਾ ਕਾਰਜ ਹੈ, ਗੁਰੂ ਦਾ ਕਰਜ਼ਾ ਹੈ ਸਾਡੇ ਤੇ। ਕਰਜ਼ਾ ਤਾਂ ਲੈਣਾ ਨਹੀਂ, ਪਰ ਪਰਉਪਕਾਰ ਕਰਨਾ ਹੈ, ਸੇਵਕ ਬਣ ਕੇ, ਜਨ ਬਣ ਕੇ, ਦਾਸ ਬਣ ਕੇ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਆਪਣੇ ਸੇਵਕ ਕਉ ਆਪ ਸਹਾਈ, ਆਪਣੇ ਪਿਆਰੇ ਸੇਵਕਾਂ ਦੀ ਵਾਹਿਗੁਰੂ ਜੀ ਆਪ ਹੀ ਮਦਦਗਾਰ ਬਣਦੇ ਨੇ, ਸਹਾਈ ਹੁੰਦੇ ਨੇ। ਜਿਹੋ ਜਿਹੇ ਹਾਲਾਤ ਆਉਂਦੇ ਨੇ ਉਹ ਐਸੀਆਂ ਵਿਧੀਆਂ ਬਣਾਉਂਦੇ ਨੇ, ਕਿਉਂਕਿ ਵਿਧਾਤਾ ਨੇ ਵਾਹਿਗੁਰੂ ਜੀ। ਉਹ ਐਸੀ ਵਿਧੀ ਬਣਾ ਦਿੰਦੇ ਨੇ, ਉਹਨੂੰ ਪਰਉਪਕਾਰ ਦੇ ਮਾਰਗ ਤੋਂ ਡੋਲਣ ਨਹੀਂ ਦਿੰਦੇ। ਆਖੋ ਵਾਹਿਗੁਰੂ। ਵਿਘਨ ਰੁਕਾਵਟਾਂ ਵਿੱਚ ਰਾਹ ਬੰਦ ਹੋ ਜਾਂਦੇ ਨੇ। ਇੱਕ ਰਾਹ ਬੰਦ ਹੁੰਦਾ, ਰੱਬ ਹੋਰ ਰਾਹ ਖੋਲ ਦਿੰਦਾ ਹੈ, ਜੇ ਅੰਦਰ ਲਗਨ ਹੈ। ਅੰਦਰ ਨਹੀਂ ਲਗਨ ਤੇ ਫਿਰ ਦੁਨੀਆ ਦੇ ਵੀ ਕੁਝ ਆਪਸ਼ਨ ਹੁੰਦੇ ਨੇ, ਦੁਨਿਆਵੀ ਪ੍ਰਾਪਤੀਆਂ ਦੇ। ਬੰਦਾ ਦੁਨਿਆਵੀ ਪ੍ਰਾਪਤੀਆਂ ਵਿੱਚ ਖਿਸਕ ਜਾਂਦਾ ਹੈ, ਉਸ ਉਲਝਣ ਤਾਣੀ 'ਚ ਫਸ ਜਾਂਦਾ ਹੈ। ਜਿਸ ਉਲਝਣ ਤਾਣੀ ਵਿੱਚ ਫਿਰ ਉਹ ਨਾ ਆਪਣੇ ਘਰ ਵਿੱਚ ਗੁਰਸਿੱਖੀ, ਗੁਰਬਾਣੀ, ਗੁਰਮਤ ਦਾ ਬੋਲਬਾਲਾ ਕਰ ਸਕਦਾ ਹੈ, ਤੇ ਨਾ ਉਹ ਗੁਰੂ ਦੇ ਮਾਰਗ ਤੇ, ਪਰਉਪਕਾਰ ਦੇ ਮਾਰਗ ਤੇ ਤੁਰ ਸਕਦਾ। ਆਖੋ ਵਾਹਿਗੁਰੂ। ਪਰ ਆਪਣੇ ਸੇਵਕਾਂ ਦੀ ਵਾਹਿਗੁਰੂ ਜੀ ਸਮੇਂ-ਸਮੇਂ ਤੇ ਵਿਧੀਆਂ ਵਰਤਾਉਂਦੇ ਨੇ, ਸਹਾਈ ਹੁੰਦੇ ਨੇ। ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ, ਜਿਵੇਂ ਮਾਤਾ ਪਿਤਾ, ਬਾਪ ਤੇ ਮਾਈ, ਪਿਤਾ ਤੇ ਮਾਂ ਬੱਚੇ ਦੀ ਵੱਖ-ਵੱਖ ਤਰੀਕਿਆਂ ਨਾਲ ਪਾਲਣ ਪੋਸ਼ਣ ਕਰਦੇ ਨੇ। ਇਸ ਤਰ੍ਹਾਂ ਮਾਪਿਆਂ ਵਾਂਗੂ ਵਾਹਿਗੁਰੂ ਜੀ ਵੀ ਪਾਲਣ ਪੋਸ਼ਣ ਕਰਦੇ ਨੇ। ਪਾਲਣ ਪੋਸ਼ਣ ਕੇਵਲ ਦੁਨਿਆਵੀ ਖੁਰਾਕ ਨਹੀਂ ਹੁੰਦੀ, ਦੁਨਿਆਵੀ ਲੋੜਾਂ ਨਹੀਂ ਹੁੰਦੀਆਂ, ਅੰਦਰਲੀਆਂ ਲੋੜਾਂ ਵੀ ਚਾਹੀਦੀਆਂ। ਸਿਦਕ ਬਣਿਆ ਰਵੇ, ਜਜ਼ਬਾ ਬਣਿਆ ਰਵੇ, ਲਗਨ ਬਣੀ ਰਵੇ, ਲਿਵ ਬਣੀ ਰਵੇ, ਇਹਦੀ ਪ੍ਰਤਪਾਲਨਾ ਵਾਹਿਗੁਰੂ ਜੀ ਕਰਦੇ ਨੇ। ਆਖੋ ਵਾਹਿਗੁਰੂ। ਪ੍ਰਭ ਕੀ ਸ਼ਰਨ ਉਬਰੈ ਸਭ ਕੋਏ, ਜਿਹੜੇ ਵਾਹਿਗੁਰੂ ਜੀ ਨੂੰ ਸਰੈਂਡਰ ਹੁੰਦੇ ਨੇ, ਆਪਣੇ ਗੁਰੂ ਨੂੰ ਸਮਰਪਿਤ ਹੁੰਦੇ ਨੇ। ਜਦੋਂ ਵਿਘਨ ਰੁਕਾਵਟ ਆਉਂਦੀਆਂ ਨਾ, ਜਿਨ੍ਹਾਂ ਨੂੰ ਆਪਣੇ ਸਮਝਦੇ ਆ ਨਾ, ਉਹ ਐਸੇ ਬੋਲ ਕੰਨਾਂ 'ਚ ਪਾਉਂਦੇ ਨੇ, ਹੌਸਲਾ ਤੋੜ ਕੇ ਰੱਖ ਦਿੰਦੇ ਨੇ। ਇੱਕ ਵਾਰੀ ਤੇ ਟੁੱਟਿਆ ਹੋਇਆ ਹੌਸਲਾ ਮਨ ਵਿੱਚ ਕਹਿੰਦਾ, ਮੈਂ ਕੀ ਲੈਣਾ ਪਰਉਪਕਾਰ ਕਰਕੇ। ਬੰਦੇ ਦੇ ਮਨ 'ਚ ਆਉਂਦਾ, ਜਿਨ੍ਹਾਂ ਲਈ ਪਰਉਪਕਾਰ ਕਰ ਰਹੇ ਜੀ ਉਹਨਾਂ ਨੂੰ ਕਦਰ ਨਹੀਂ, ਛੱਡੋ ਪਰੇ, ਆਪਣਾ ਘਰ ਪਾਲੋ, ਆਪਣੇ ਬੱਚੇ ਪਾਲੋ। ਫਿਰ ਮਨ ਵਿੱਚ ਜਿਉਂ ਹੀ ਇਸ ਟੁੱਟੇ ਹੋਏ ਮਨ ਨੂੰ ਵਾਹਿਗੁਰੂ ਜੀ ਸਹਾਰਾ ਦਿੰਦੇ ਨੇ, ਗੁਰੂ ਦੇ ਇਤਿਹਾਸ ਵਿੱਚੋਂ ਕੋਈ ਨਾ ਕੋਈ ਸੀਨ ਚੇਤੇ ਆਉਂਦਾ ਹੈ, ਗੁਰੂ ਦੀ ਬਾਣੀ ਵਿੱਚੋਂ ਕੋਈ ਵਿਚਾਰ ਚੇਤੇ ਆਉਂਦੀ ਹੈ। ਫਿਰ ਖਿਆਲ ਆਉਂਦਾ, ਮਨਾ ਹੌਸਲਾ ਤੋੜਨ ਵਾਲੇ ਤਾਂ ਇੱਥੇ ਸਦਾ ਰਹਿਣਗੇ, ਉਹਨਾਂ ਲਈ ਥੋੜ੍ਹੇ ਕਰਨਾ ਹੈ, ਆਪਣੇ ਗੁਰੂ ਲਈ ਕਰਨਾ ਹੈ। ਆਖੋ ਵਾਹਿਗੁਰੂ। ਜੇ ਨਹੀਂ ਕਦਰ ਕਰ ਰਹੇ ਤਾਂ ਕੀ ਹੋ ਗਿਆ, ਉਹਨਾਂ ਲਈ ਥੋੜ੍ਹੇ ਕਰ ਰਹੇ ਹਾਂ, ਗੁਰੂ ਲਈ ਕਰ ਰਹੇ ਹਾਂ, ਗੁਰੂ ਦੀ ਕੌਮ ਲਈ ਕਰ ਰਹੇ ਹਾਂ। ਇਸ ਲਈ ਵਾਹਿਗੁਰੂ ਜੀ ਦੀ ਸ਼ਰਨ ਪੈਂਦੇ ਇਹ ਮਨ ਡੁੱਬਦਾ ਹੈ, ਗੁਰੂ ਬਚਾ ਲੈਂਦੇ ਨੇ। ਆਖੋ ਉਬਰੈ ਸਭ ਕੋਏ। ਹਰ ਕੋਈ ਸ਼ਰਨ ਪੈ ਕੇ ਉਬਰ ਜਾਂਦਾ ਹੈ, ਬਚ ਜਾਂਦਾ ਹੈ ਡੁੱਬਣ ਤੋਂ। ਕਰਨ ਕਰਾਵਨ ਪੂਰਨ ਸੱਚ ਸੋਏ ਰਹਾਓ। ਵਾਹਿਗੁਰੂ ਜੀ ਕਰਨ ਕਰਾਵਨ ਨੇ, ਉਹਨਾਂ ਕੋਲ ਬੜੇ ਕਾਰਨ ਨੇ, ਸਮਰੱਥਾ ਹੈ, ਸ਼ਕਤੀਆਂ ਨੇ, ਵਿਧੀਆਂ ਨੇ ਵਾਹਿਗੁਰੂ ਜੀ ਦੇ ਕੋਲ। ਉਹ ਸਦੀਵੀ ਨੇ ਵਾਹਿਗੁਰੂ ਜੀ, ਪਰਿਪੂਰਨ, ਜੋ ਰਹਿਮਤਾਂ ਵਰਤਾਉਂਦੇ ਰਹਿੰਦੇ ਨੇ। ਰਹਾਉ ਪਦਾ ਹੈ ਇਸ ਸ਼ਬਦ ਦਾ। ਅਬ ਮਨ ਵਸਿਆ ਕਰਨਾ ਹਾਰਾ। ਸਤਿਗੁਰੂ ਜੀ ਕਹਿੰਦੇ ਹੁਣ ਤੇ ਮੇਰੇ ਮਨ ਵਿੱਚ ਕਰਨਹਾਰ ਵਾਹਿਗੁਰੂ ਜੀ ਵਸ ਗਏ ਨੇ। ਆਖੋ ਵਾਹਿਗੁਰੂ। ਉਹਨਾਂ ਦੀ ਪ੍ਰੀਤ, ਪਿਆਰ, ਜਜ਼ਬਾ ਵਸ ਗਿਆ। ਭੈ ਬਿਨ ਸੇ ਆਤਮ ਸੁਖ ਸਾਰਾ। ਦੁਨੀਆ ਦੇ ਸਾਰੇ ਭੈ ਦੂਰ ਹੋ ਗਏ ਨੇ, ਅੰਦਰ ਆਤਮਿਕ ਸੁਖ ਪੈਦਾ ਹੋ ਗਿਆ। ਕਰ ਕਿਰਪਾ ਆਪਣੇ ਜਨ ਰਾਖੇ। ਵਾਹਿਗੁਰੂ ਜੀ ਨੇ ਹਮੇਸ਼ਾ ਹੀ ਆਪਣੇ ਜਨ ਸੇਵਕਾਂ ਦੀ ਲਾਜ ਰੱਖੀ ਹੈ, ਹਰ ਵੇਲੇ ਰਹਿਮਤਾਂ ਕਰਦੇ ਨੇ। ਜਨਮ ਜਨਮ ਕੇ ਕਿਲ ਵਿਖ ਲਾਥੇ। ਅੰਦਰ ਜਨਮ ਹੁੰਦਾ ਹੈ। ਮੈਂ ਫਿਰ ਉਹੀ ਉਦਾਹਰਨ ਦੇਵਾਂ, ਪਰਉਪਕਾਰ ਤੇ ਤੁਰਨ ਵਾਲੇ ਨੂੰ ਕਦੀ ਕੋਈ ਐਸਾ ਬੋਲ ਬੋਲਦਾ ਹੈ, ਉਹਦਾ ਹੌਸਲਾ ਤੋੜ ਕੇ ਰੱਖਦਾ ਹੈ, ਅੰਦਰ ਕੀ ਪੈਦਾ ਹੋ ਗਿਆ? ਨਿਰਾਸ਼ਾ ਦਾ ਜਨਮ ਹੋ ਗਿਆ, ਅੰਦਰ ਦੁਬਿਧਾ ਦਾ ਜਨਮ ਹੋ ਗਿਆ। ਤੁਰਾਂ ਕਿ ਨਾ ਤੁਰਾਂ, ਕਰਾਂ ਕਿ ਨਾ ਕਰਾਂ, ਅੰਦਰ ਇੱਕ ਭੈ ਪੈਦਾ ਹੋ ਗਿਆ। ਜੇ ਤਾਂ ਦੂਸਰੇ ਪਾਸੇ ਚਲਿਆ ਗਿਆ ਤਾਂ ਕਿਲ ਵਿਖ ਵਿੱਚ ਉਲਝ ਜਾਏਗਾ।
ਦੁਨਿਆਵੀ ਪ੍ਰਵਿਰਤੀਆਂ ਵਿੱਚ ਉਲਝ ਜਾਏਗਾ। ਜਿਵੇਂ ਮਨਮੁਖ ਕਰ ਰਹੇ ਨੇ ਉਵੇਂ ਕਰਨ ਲੱਗ ਜਾਏਗਾ, ਜਿਵੇਂ ਕੁਸੰਗੀ ਕਰ ਰਹੇ ਨੇ ਉਵੇਂ ਕਰਨ ਲੱਗ ਜਾਏਗਾ। ਪਰ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਹੌਸਲਾ ਦੇ ਦਿੰਦੇ ਨੇ, ਉਹ ਜਿਹੜਾ ਡੋਲਣ ਦਾ ਜਨਮ ਹੋਇਆ ਸੀ, ਭੈ ਦਾ ਜਨਮ ਹੋਇਆ ਸੀ, ਦੁਬਿਧਾ ਦਾ ਜਨਮ ਹੋਇਆ ਸੀ, ਉਹਦੇ ਚੋਂ ਜਿਹੜੇ ਵਿਚਾਰ ਸੋਚ ਜਿਹੜੀ ਸੀ ਕਿਲਵਿਖ ਕੱਢ ਦਿੱਤੀ। ਆਖੋ ਵਾਹਿਗੁਰੂ। ਇੱਦਾਂ ਵਾਹਿਗੁਰੂ ਜੀ ਅੰਦਰ ਆਪਣੇ ਪਿਆਰਿਆਂ ਦੀ ਰੱਖਿਆ ਕਰਦੇ ਰਹਿੰਦੇ ਨੇ। ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਵਾਹਿਗੁਰੂ ਜੀ ਦੀ ਬਖਸ਼ਿਸ਼ ਵਡਿਆਈ ਕਹਿਣ ਵਿੱਚ ਨਹੀਂ ਹੈ, ਦੱਸਣ ਵਿੱਚ ਨਹੀਂ ਆਉਂਦੀ, ਉਹਦੀ ਵਿਆਖਿਆ ਨਹੀਂ ਹੋ ਸਕਦੀ। ਜਿਸ ਤਰੀਕੇ ਨਾਲ ਜਿੰਨੀ ਕਿਸੇ ਨੇ ਜਿਉਂ ਕੇ ਦੇਖਿਆ, ਮਾਣ ਕੇ ਦੇਖਿਆ, ਉਹਨਾਂ ਸਮਝ ਆਏਗੀ। ਨਾਨਕ ਦਾਸ ਸਦਾ ਸ਼ਰਨਾਈ ਹੈ ਨਾਨਕ ਜੀ। ਇੱਥੇ ਆਪਣੇ ਆਪ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨਾਨਕ ਦਾਸ ਕਹਿੰਦੇ ਨੇ। ਇਹ ਵਾਹਿਗੁਰੂ ਜੀ ਤੁਹਾਡੀ ਸ਼ਰਨ ਆਇਆ ਹਾਂ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਦੋਪਦੇ। ਗੌੜੀ ਰਾਗ ਹੈ ਤੇ ਕਿਸਮ ਗੌੜੀ ਦੀ ਚੇਤੀ ਹੈ। ਬੈਰਾਗਣ ਵੀ ਆਇਆ ਸੀ ਪਿੱਛੇ, ਵੱਖ-ਵੱਖ ਕਿਸਮਾਂ ਆਈਆਂ ਸੀ। ਦੀਪਕੀ ਹੈ, ਪੂਰਬੀ ਹੈ, ਇਹ ਗੌੜੀ ਚੇਤੀ ਹੈ। ਦੀਪਕੀ ਤਾਂ ਪੂਰਾ ਰਾਗ ਹੈ, ਮਿਕਸ ਹੈ। ਇਹ ਗੌੜੀ ਦੀ ਕਿਸਮ ਹੈ ਚੇਤੀ। ਮਹੱਲਾ ਪੰਜਵੇਂ ਪਾਤਸ਼ਾਹ ਦਾ ਹੈ ਚੌਪਦਾ, ਨਹੀਂ ਇਹ ਦੁਪਦਾ ਹੈ। ਦੋ ਹੀ ਪਦੇ ਨੇ ਇਹਦੇ, ਦੋ ਪੰਕਤੀਆਂ ਦਾ ਇੱਕ ਪਦਾ ਹੈ, ਦੋ ਪਦੇ ਨੇ। ਜਿਹੜਾ ਰਹਾਉ ਪਦਾ ਹੁੰਦਾ ਉਹ ਗਿਣਤੀ 'ਚ ਨਹੀਂ ਹੁੰਦਾ, ਰਹਾਉ ਉਸ ਤੋਂ ਅਲੱਗ ਹੁੰਦਾ ਹੈ। ਪਹਿਲਾ ਪਦਾ ਰਹਾਉ ਹੈ, ਅੱਗੋਂ ਦੋ ਪਦੇ ਨੇ। ਤੇ ਮੂਲ ਮੰਤਰ ਦਾ ਸੰਖੇਪ ਸਰੂਪ ਸਟਾਰਟਿੰਗ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਇੱਕ ਹੈ। ਸਤਿਗੁਰ ਸਰੂਪ ਦੀ ਕਿਰਪਾ ਹੋਵੇ ਇਹ ਮਹਿਸੂਸ ਹੁੰਦੇ ਨੇ, ਅਹਿਸਾਸ ਹੁੰਦਾ ਹੈ। ਰਾਮ ਕੋ ਬਲ ਪੂਰਨ ਭਾਈ, ਰੱਬ ਦੇ ਕੋਲ ਜਿਹੜੀ ਸ਼ਕਤੀ ਹੈ ਪੂਰਨ ਹੈ, ਕਮਾਲ ਹੈ। ਰੱਬ ਦੀ ਸ਼ਕਤੀ ਦੇ ਸਾਹਮਣੇ ਦੁਨੀਆ ਦੀ ਕੋਈ ਵੀ ਸ਼ਕਤੀ ਮੁਕਾਬਲਾ ਨਹੀਂ ਕਰ ਸਕਦੀ। ਤਾਂ ਤੇ ਬ੍ਰਿਥਾ ਨਾ ਵਿਆਪੈ ਕਾਈ, ਬ੍ਰਿਥਾ ਵਿਪਤਾ। ਜਿਹੜਾ ਵੀ ਰੱਬੀ ਮਾਰਗ ਨੂੰ ਸਮਝਦਾ ਹੈ, ਰੱਬ ਦੇ ਮਾਰਗ ਤੇ ਤੁਰਦਾ ਹੈ, ਉਹਦੇ ਤੇ ਮੁਸ਼ਕਿਲਾਂ ਰੁਕਾਵਟਾਂ ਤਾਂ ਆ ਸਕਦੀਆਂ ਨੇ, ਵਿਆਪਦੀਆਂ ਨਹੀਂ, ਭਾਵ ਰੋਕ ਨਹੀਂ ਸਕਦੀਆਂ। ਵਾਹਿਗੁਰੂ ਜੀ ਬਚਾ ਲੈਂਦੇ ਨੇ। ਰਹਾਉ ਪਦਾ ਹੈ। ਬ੍ਰਿਥਾ ਪੀੜਾ ਵੀ ਹੈ। ਰੁਕਾਵਟ ਆਉਂਦੇ ਨੇ, ਦੁੱਖ ਆਉਂਦੇ ਨੇ, ਵਿਘਨ ਆਉਂਦੇ ਨੇ। ਜਿਹੜਾ ਅੰਦਰੋਂ ਪੀੜਤ ਜ਼ਿਆਦਾ ਹੋ ਗਿਆ, ਜ਼ਿਆਦਾ ਪੀੜਾ ਹੋ ਗਈ, ਉਹਨੂੰ ਵਿਆਪ ਲੈਂਦੀ ਹੈ ਪੀੜਾ, ਇਹ ਕੱਢ ਜਾਂਦਾ। ਤੇ ਜਿਹੜੇ ਰੱਬ ਨੂੰ ਸਮਰਪਿਤ ਹੁੰਦੇ ਨੇ, ਨਿਸ਼ਾਨੀ ਉੱਥੇ ਹੁੰਦੀ ਹੈ, ਫਿਰ ਬਿਰਥਾ ਪੀੜਾ ਵਿਆਪਦੀ ਨਹੀਂ, ਮੈਨੇਜ ਕਰ ਜਾਂਦੇ ਨੇ, ਨਿਕਲਦੇ ਨੇ ਉਸ ਵਿੱਚੋਂ। ਜੋ ਚਿਤਵੇ ਦਾਸ ਹਰਮਾਈ, ਜਿਨ੍ਹਾਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਜਿਉਇਆ, ਵਾਹਿਗੁਰੂ ਜੀ ਦੀ ਭੈ ਭਾਵਨੀ ਸ਼ੁਕਰਾਨੇ ਵਿੱਚ ਜਿਉਇਆ। ਇਹ ਮਾਈ ਹੈ ਮੇਰੀ ਮੱਤ, ਸੋ ਕਰਤਾ ਆਪ ਕਰਾਈ। ਫਿਰ ਵਾਹਿਗੁਰੂ ਜੀ ਆਪ ਹੀ ਕਾਰਨ ਵਰਤਾਉਂਦੇ ਨੇ, ਵਿਧੀਆਂ ਵਰਤਾਉਂਦੇ ਨੇ, ਜੀਵਨ ਸਫਲ ਕਰ ਦਿੰਦੇ ਨੇ। ਜ਼ਿੰਦਗੀ ਚਲਦੀ ਹੈ ਰੱਬ ਦੇ ਪਿਆਰਿਆਂ ਦੀ ਵੀ, ਜ਼ਿੰਦਗੀ ਚਲਦੀ ਹੈ ਰੱਬ ਤੋਂ ਟੁੱਟੇ ਹੋਏ ਨਿੰਦਕਾਂ ਦੀ ਵੀ। ਇਕਨਾਂ ਦੀ ਜ਼ਿੰਦਗੀ ਸਫਲ ਹੁੰਦੀ ਹੈ ਤੇ ਇਕਨਾਂ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਨਿੰਦਕ ਕੀ ਪ੍ਰਭ ਪਤ ਗਵਾਈ, ਕਿਉਂਕਿ ਜਿਹੜੇ ਨਿੰਦਕ ਨੇ ਨਾ, ਵਾਹਿਗੁਰੂ ਜੀ ਨੇ ਜਿਹੜੀ ਬਖਸ਼ਿਸ਼ ਦੇਣੀ ਸੀ ਉਹ ਗਵਾ ਲੈਂਦੇ ਨੇ। ਆਖੋ ਵਾਹਿਗੁਰੂ। ਪਤ ਗਵਾ ਲਈ ਉਹਨਾਂ ਨੇ, ਬਖਸ਼ਿਸ਼ ਗਵਾ ਲਈ। ਅੰਦਰ ਸੋਝੀ ਨਾ ਹੋਈ, ਬਖਸ਼ਿਸ਼ ਸਾਹਮਣੇ ਆਈ ਹੋਵੇ ਤਾਂ ਵੀ ਪ੍ਰਾਪਤ ਨਹੀਂ ਹੁੰਦੀ। ਜਿਸ ਸੋਰਸ ਤੋਂ ਬਖਸ਼ਿਸ਼ ਮਿਲਣੀ ਹੁੰਦੀ ਹੈ, ਸੋਰਸ ਦੀ ਪਰਖ ਨਹੀਂ ਹੁੰਦੀ। ਆਖੋ ਵਾਹਿਗੁਰੂ। ਨਾ ਸਮਝੀ ਵਿੱਚ ਬਿਲਕੁਲ ਕੋਲ ਹੋਏਗਾ, ਉਹਨੂੰ ਪਰਖ ਨਹੀਂ ਹੈ, ਗਵਾ ਬੈਠੇਗਾ। ਅੰਦਰੋਂ ਜੀਵਨ ਕੱਚਾ ਹੈ, ਅੰਦਰੋਂ ਸੁਭਾਅ ਕੱਚਾ ਹੈ, ਸੋਚ ਕੱਚੀ ਹੈ, ਕਿਉਂਕਿ ਯਾਤਰਾ ਛੋਟੀ ਹੈ। ਪ੍ਰਸੰਗ ਦੀ ਯਾਤਰਾ ਵੱਡੀ ਕੀਤੀ ਹੋਈ ਹੈ, ਗੁਰੂ ਵਾਲੇ ਪਾਸੇ ਯਾਤਰਾ ਬਹੁਤ ਥੋੜ੍ਹੀ ਕੀਤੀ ਹੈ। ਬਹੁਤ ਥੋੜ੍ਹੇ ਸੰਸਕਾਰ ਨੇ ਗੁਰੂ ਵਾਲੇ, ਦੂਸਰੇ ਸੰਸਕਾਰ ਜ਼ਿਆਦਾ ਬੈਠੇ ਨੇ, ਤੇ ਉਹ ਸੰਸਕਾਰ ਅੰਦਰ ਨਾ ਸਮਝੀ ਦੀ ਪੱਟੀ ਬੰਨ੍ਹ ਦਿੰਦੇ ਨੇ। ਆਖੋ ਵਾਹਿਗੁਰੂ। ਨਾਨਕ ਹਰ ਗੁਣ ਨਿਰਭਉ ਗਾਈ, ਹੈ ਨਾਨਕ ਜੀ, ਜਿਨ੍ਹਾਂ ਨੇ ਨਿਰਭਉ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ, ਗੁਣਾਂ ਵਾਲਾ ਜੀਵਨ ਜਿਉਇਆ, ਗੁਣਾਂ ਨਾਲ ਪਰਉਪਕਾਰ ਕੀਤਾ,
ਤੇ ਗੁਣਾਂ ਦੀਆਂ ਵਿਚਾਰਾਂ ਕੀਤੀਆਂ। ਸ਼ੁਕਰਾਨਾ ਸਿੱਖਣ ਤੇ ਵੰਡਣ ਦੀ ਭਾਵਨਾ ਨਾਲ ਉਹਨਾਂ ਦੇ ਜੀਵਨ ਸਫਲ ਹੋ ਗਏ। ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਪ੍ਰਾਪਤੀ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।